ਦਲੀਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਐਸਪੀ ਸਿੰਘ ਅਤੇ ਬ੍ਰੇਕ ਤੋਂ ਬਾਅਦ ਡਰਾਮਾ ਜਾਰੀ ਹੈ, ਬਲਕਿ ਬਿਨ ਬ੍ਰੇਕਾਂ ਡਰਾਮਾ ਲਗਾਤਾਰ ਜਾਰੀ ਹੈ। ਇਹ ਸੀਰੀਅਲ ਸਾਡੇ ਲੋਕਤੰਤਰ ਉੱਤੇ ਬਿਨਾਂ ਰੁਕਾਵਟ ਧਾਰੀ ਹੈ। ਇਹ ਆਜ਼ਾਦ ਭਾਰਤ ਦਾ ਸਭ ਤੋਂ ਲੰਮਾ ਚੱਲਦਾ ਆ ਰਿਹਾ ਧਾਰਾਵਾਹਿਕ ਸੀਰੀਅਲ ਹੈ। ਕਿਸ਼ਤ ਦਰ ਕਿਸ਼ਤ ਸਕ੍ਰਿਪਟ ਲਿਖੀ ਜਾ ਰਹੀ ਹੈ। ਹਰ ਹਫਤੇ ਕਿਸੇ ਨਾ ਕਿਸੇ ਸੂਬੇ ਵਿੱਚ ਇਹਦੀ ਅਗਲੀ ਕਿਸ਼ਤ ਦੇਖਣ ਨੂੰ ਮਿਲਦੀ ਹੈ। ਰਾਜ ਭਵਨ ਬਨਾਮ ਲੋਕਾਂ ਦੀ ਚੁਣੀ ਹੋਈ ਸਰਕਾਰ, ਗਵਰਨਰ ਅਤੇ ਮੁੱਖ ਮੰਤਰੀ ਵਿਚਕਾਰ ਤਕਰਾਰ, ਕਦੀ ਇਹਦੇ ਉੱਤੇ ਕਿ ਕਿਸ ਦੀ ਬਣੇਗੀ ਸਰਕਾਰ, ਕਦੀ ਕਿਸੇ ਬਿੱਲ ਸਾਹਮਣੇ ਲੱਤ ਅੜਾਉਣ ਦਾ ਮਾਮਲਾ, ਕਦੀ ਚੁਣੀ ਹੋਈ ਸਰਕਾਰ ਦੇ ਕੰਮ ਵਿੱਚ ਦਖਲ ਅੰਦਾਜ਼ੀ ਅਤੇ ਕਦੀ ਜਿਵੇਂ ਪੰਜਾਬ ਵਿੱਚ ਹੋਰਨਾਂ ਜਗ੍ਹਾ ਵੀ ਸਿੱਧਮ ਸਿੱਧੀ ਤੀਰ ਅੰਦਾਜ਼ੀ। ਪੰਜਾਬ ਨੇ ਹੁਣੇ ਕਹਾਣੀ ਵਿੱਚ ਲੇਟੈਸਟ ਟਵਿਸਟ ਵੇਖੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰਾਂ ਨੇ ਚੰਡੀਗੜ੍ਹ ਦੇ ਪੰਜਾਬ ਕਾਡਰ ਦੇ ਐਸਐਸਪੀ ਨੂੰ ਰਾਤੋਂ ਰਾਤ ਹਟਾ ਦਿੱਤਾ। ਨਾ ਕਾਰਨ ਦੱਸਿਆ, ਨਾ ਪੰਜਾਬ ਸਰਕਾਰ ਦੇ ਰੱਦੋ ਅਮਲ ਦੀ ਉਡੀਕ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚਿੱਠੀ ਲਿਖ ਕੇ ਰੋਸ ਪ੍ਰਗਟ ਕੀਤਾ ਤੇ ਅੱਗੋਂ ਐਸਾ ਕਰਾਰਾ ਲਿਖਤੀ ਜਵਾਬ ਆਇਆ, ਮੋਹ ਨਾਲ ਗੜੁੱਚ, ਮੁਹੱਬਤ ਨਾਲ ਭਰਿਆ ਰਾਜ ਭਵਨ ਤੋਂ, ਪਰ ਠੰਡ ਵਰਤ ਗਈ ਹੈ। ਹੁਣ ਕਹਿੰਦੇ ਨੇ ਸਾਡੇ ਸਰਕਾਰ ਜੀ ਕਿ ਸਾਡਾ ਤੇ ਕੋਈ ਰੌਲਾ ਹੀ ਨਹੀਂ, ਤਾਂ ਕੀ ਹੋਇਆ ਜੇ ਲਾਤ ਐਸਐਸਪੀ ਲੱਗ ਜਾਊ ਨਵਾਂ। ਮਤਲਬ ਐਸਐਸਪੀ ਨਾ ਹੋ ਗਿਆ ਭਗਤ ਸਿੰਘ ਸਟਾਈਲ ਦੀ ਪੱਗ ਵਾਲੇ ਮੁੱਖ ਮੰਤਰੀ ਦੇ ਗੁੱਚੀ ਦੇ ਬੂਟ ਹੋ ਗਏ। ਅੱਜ ਇੱਕ ਬ੍ਰਾਂਡ ਕੱਲ ਦੂਜਾ ਸਹੀ। ਪਰ ਇਹ ਡਰਾਮਾ ਤੇ ਕਿਸ਼ਤ ਦਰ ਕਿਸ਼ਤ ਚੱਲ ਰਿਹਾ। ਕੇਰਲਾ ਵਿੱਚ ਗਵਰਨਰ ਆਰਿਫ ਮੁਹੰਮਦ ਖਾਨ ਨੇ ਉਹ ਰਫੜ ਪਾ ਰੱਖਿਆ ਕਿ ਰੋਜ਼ ਡਰਾਮੇ ਤੇ ਡਰਾਮਾ ਹੋ ਰਿਹਾ। ਪਹਿਲੇ ਉਹਨੇ ਸਰਕਾਰ ਨੂੰ ਆਪਣੀ ਮਰਜ਼ੀ ਦੇ ਵੀਸੀ ਨਹੀਂ ਲਾਉਣ ਦਿੱਤੇ। ਹੁਣ ਸਰਕਾਰ ਨੇ 14 ਬਿੱਲ ਪਾਸ ਕੀਤੇ ਨੇ ਆਰਿਫ ਮੁਹੰਮਦ ਖਾਨ ਹੋਰਾਂ ਨੂੰ 14 ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਹਟਾਉਣ ਲਈ। ਉਹ ਦੂਸਰੇ ਤੇ ਹੁਣ ਤੇ ਉਪ ਰਾਸ਼ਟਰਪਤੀ ਬਣ ਗਏ ਨੇ, ਪਰ ਇਹ ਤੋਂ ਪਹਿਲਾਂ ਜਦੋਂ ਜਗਦੀਪ ਧਨਕਰ ਹੋਰੀ ਪੱਛਮੀ ਬੰਗਾਲ ਦੇ ਗਵਰਨਰ ਸਨ ਤਾਂ ਉਹਨਾਂ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਨਿੱਤ ਦਿਹਾੜੀ ਦਾ ਇੱਟ ਖੜਕਾ ਲਾ ਰੱਖਿਆ ਸੀ। ਤਮਿਲਨਾਡੂ ਵਿੱਚ ਤੇ ਇਹ ਰੋਜ਼ਾਨਾ ਸੀਰੀਅਲ ਰੋਜ਼ ਸੁਰਖੀਆਂ ਬਟੋਰ ਰਿਹਾ। ਹੁਣ ਗਵਰਨਰ ਨੀਟ ਵਾਲੇ ਬਿੱਲ ਉੱਤੇ ਅੜ ਗਿਆ ਕਿ ਅਸੀਂ ਮੈਡੀਕਲ ਸਟੂਡੈਂਟਸ ਨੂੰ ਇਹਦੇ ਚੋਂ ਬਾਹਰ ਕੱਢਦਾ। ਤਾਂ ਜਿਹੜੀ ਡੀਐਮਕੇ ਪਾਰਟੀ ਆ ਉੱਥੇ ਦੀ ਸੱਤਾਧਾਰੀ ਪਾਰਟੀ, ਉਹ ਰਾਜ ਸਭਾ ਦੇ ਵਿੱਚ ਪ੍ਰਾਈਵੇਟ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਇਸੇ ਸੈਸ਼ਨ ਦੇ ਵਿੱਚ ਕਿ ਗਵਰਨਰ ਲਾਉਣ ਵਾਲਾ ਕਾਨੂੰਨ ਹੀ ਬਦਲੇ ਕੇਂਦਰ ਸਰਕਾਰ। ਰਾਸ਼ਟਰਪਤੀ ਨੂੰ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਮੁਰਮੂ ਹੋਰਾਂ ਨੂੰ ਕਿ ਇਹ ਗਵਰਨਰ ਲਾਇਆ ਤਾਮਿਲਨਾਡੂ ਵਿੱਚ ਕਿ ਭਾਜਪਾ ਦਾ ਦਫ਼ਤਰ ਖੋਲ੍ਹਿਆ ਤੁਸੀਂ ਰਾਜ ਭਵਨ ਵਿੱਚ। ਝਾਰਖੰਡ ਵਿੱਚ ਮੁੱਖ ਮੰਤਰੀ ਹਿਮੰਤ ਸੋਰੇਨ ਰੋਜ਼ ਸਵੇਰੇ ਉੱਠ ਕੇ ਟੈਲੀਫੋਨ ਕਰਕੇ ਪਤਾ ਕਰਦੇ ਨੇ ਵੀ ਹਾਲੇ ਮੁੱਖ ਮੰਤਰੀ ਹੈਗੇ ਨੇ, ਰਾਤੀ ਹਟਾ ਤੇ ਨਹੀਂ ਦਿੱਤੇ ਗਵਰਨਰ ਸਾਹਿਬ ਨੇ। ਇੱਕ ਪਾਸੇ ਨਜਾਇਜ਼ ਮਾਈਨਿੰਗ ਦੇ ਕੇਸ ਵਿੱਚ ਫਸੇ ਨੇ, ਦੂਸਰੇ ਪਾਸੇ ਇਲੈਕਸ਼ਨ ਕਮਿਸ਼ਨ ਨੇ ਆਫਿਸ ਆਫ ਪ੍ਰੋਫਿਟ ਵਾਲੇ ਕੇਸ ਵਿੱਚ ਫੈਸਲਾ ਦਿੱਤਾ ਹੋਇਆ। ਫੈਸਲਾ ਗਵਰਨਰ ਸਾਹਿਬ ਕੋਲ ਪਿਆ। ਉਹਨਾਂ ਨੇ ਬੜੇ ਹੀ ਸਹਿਜ ਜੇ ਸ਼ਬਦਾਂ ਵਿੱਚ ਬੜੀ ਪੋਲਾਈਟਲੀ ਬਿਆਨ ਦਿੱਤਾ ਕਿ ਵੇਖੋ ਮੈਂ ਸਾਰਾ ਕੁਝ ਸੋਚ ਸਮਝ ਕੇ ਕਰਾਂਗਾ, ਕੀ ਪਤਾ ਕਦੋਂ ਐਟਮ ਬੰਬ ਫਟ ਜੇ। ਇਹ ਸ਼ਬਦ ਗਵਰਨਰ ਸਾਹਿਬ ਦੇ ਆਪਣੇ ਨੇ, ਪਤਾ ਨਹੀਂ ਕਦੋਂ ਮੈਂ ਐਟਮ ਬੰਬ ਫਟ ਦਿਆਂ। ਵਿਚਾਰੇ ਮੁੱਖ ਮੰਤਰੀ ਦੇ ਸਿਰ ਉੱਤੇ ਤਲਵਾਰ ਲਟਕਦੀ ਸੁਣੀ ਸੀ, ਹੁਣ ਐਟਮ ਬੰਬ ਦੀ ਧਮਕੀ ਸਿੱਧੀ ਗਵਰਨਰ ਦੇ ਰਿਹਾ। ਝਾਰਖੰਡ ਦੀ ਅਸੈਂਬਲੀ ਬਾਰੇ ਤੇ ਨਾ ਹੀ ਪੁੱਛੋ, ਉਹ ਰੋਜ਼ ਬਿੱਲ ਪਾਸ ਕਰੀ ਜਾ ਰਹੀ ਹੈ, ਗਵਰਨਰ ਸਾਹਿਬ ਰੋਜ਼ ਬਿੱਲ ਵਾਪਸ ਭੇਜੀ ਜਾ ਰਹੇ ਨੇ। ਡਰਾਮਾ ਬਦਸਤੂਰ ਜਾਰੀ ਹੈ। ਵੈਸੇ ਜੇ ਸਾਰੀਆਂ ਕਹਾਣੀਆਂ ਮੈਂ ਹੀ ਸੁਣਾ ਦਿੱਤੀਆਂ ਤੇ ਮੇਰੇ ਮਹਿਮਾਨ ਫਿਰ ਵੱਡੇ ਅਫਸਾਨੇ ਕਿਵੇਂ ਸੁਣਾਉਣਗੇ। ਹਾਲੇ ਤੇ ਮੈਂ ਅਰਵਿੰਦ ਕੇਜਰੀਵਾਲ ਦੇ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਾਲ ਪੈਣ ਵਾਲੇ ਹਰ ਦੂਜੇ ਤੀਜੇ ਦਿਨ ਜਿਹੜੇ ਪੇਚੇ ਹੁੰਦੇ ਨੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਉਹ ਤੇ ਕਥਾ ਹੀ ਬੜੀ ਲੰਮੀ ਹੈ, ਪਰ ਗੱਲਾਂ ਜ਼ਰੂਰੀ ਕਰਨੀਆਂ ਨੇ ਆਪਣੇ ਇਹਨਾਂ ਮੁਅੱਜ਼ਜ਼ ਮਹਿਮਾਨਾਂ ਨਾਲ। ਸਾਡੇ ਨਾਲ ਪ੍ਰੋਫੈਸਰ ਖਾਲਿਦ ਮੁਹੰਮਦ ਜੀ ਜੁੜ ਰਹੇ ਨੇ, ਰਾਜਨੀਤਿਕ ਵਿਗਿਆਨ ਦੇ ਵਿਦਿਆਰਥੀ ਨੇ। ਪਰ ਇਹ ਜਿਹੜਾ ਕੌਂਸਟੀਟਿਊਸ਼ਨਲਿਜ਼ਮ ਨਵਾਂ ਪੜ੍ਹਾਇਆ ਜਾ ਰਿਹਾ ਦੇਸ਼ ਨੂੰ ਰਾਜ ਭਵਨਾਂ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ, ਇਹਦੇ ਬਾਰੇ ਕੀ ਸਮਝ ਰੱਖਦੇ ਨੇ? ਕਿਉਂਕਿ ਇਹ ਸਮੱਸਿਆ ਉਹ ਹੈ ਜਦੋਂ ਸੰਵਿਧਾਨ ਬਣ ਰਿਹਾ ਸੀ ਤੇ ਉਸ ਵੇਲੇ ਵੀ ਉੱਠੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹ ਮੁਸੀਬਤ ਸਾਡੇ ਸਿਰ ਤੇ ਤਾਰੀ ਹੈ। ਇੱਕ ਗਵਰਨਰ ਹਰ ਸੂਬੇ ਦੇ ਵਿੱਚ ਬੈਠਾ ਹੈ ਤੇ ਕੋਈ ਨਾ ਕੋਈ ਕਾਰਵਾਈ ਉਹਦੇ ਵੱਲੋਂ ਕੁਝ ਅਜਿਹੀ ਜਾਰੀ ਹੈ ਜਿਹੜੀ ਸੁਰਖੀਆਂ ਬਣਾਉਂਦੀ ਰਹਿੰਦੀ ਹੈ। ਕਮਲਜੀਤ ਜੀ ਸਾਡੇ ਨਾਲ ਜੁੜ ਰਹੇ ਨੇ, ਸੀਪੀਆਈ ਮਾਰਕਸਿਸਟ ਲੈਨਿਸਟ ਦੇ ਬੜੇ ਸੀਨੀਅਰ ਕਾਰਕੁਨ ਨੇ ਅਤੇ ਸਾਡੇ ਜਿਹੜੇ ਰਾਜਨੇਤਾ ਨੇ ਇਸ ਸੰਵਿਧਾਨ ਦੀ ਛਤਰ ਛਾਇਆ ਜਦੋਂ ਲੈਂਦੇ ਨੇ ਤਾਂ ਕਿਹਨਾਂ ਕੰਮਾਂ ਲਈ ਲੈਂਦੇ ਨੇ, ਕਿਉਂਕਿ ਗਵਰਨਰ ਸਾਹਿਬ ਵੀ ਸੰਵਿਧਾਨ ਦੇ ਅਨੁਸਾਰ ਹੀ ਮੁੱਖ ਮੰਤਰੀ ਨਾਲ ਉਲਝ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਵੀ ਆਪਣੀ ਤਾਕਤ ਵੱਖ-ਵੱਖ ਸੂਬਿਆਂ ਦੇ ਵਿੱਚ ਸੰਵਿਧਾਨ ਦੇ ਅਨੁਸਾਰ ਹੀ ਸਟ੍ਰੈਸ ਕਰ ਰਹੇ ਨੇ। ਖਾਲਿਦ ਸਾਹਿਬ, ਤੁਸੀਂ ਨਾ ਇੱਕ ਦੋ ਵਾਰੀ ਮੈਂ ਆਪਣੀ ਗੱਲ ਹੋਈ ਹੈ ਪਿੱਛੇ ਜੇ ਗਵਰਨਰ ਬਾਰੇ, ਤਾਂ ਤੁਸੀਂ ਕਿਹਾ ਜੀ ਕਿੰਨੀਆਂ ਕਹਾਣੀਆਂ ਸੁਣਾਈਏ, ਉਹ ਤਾਂ ਕਹਾਣੀਆਂ ਹੀ ਇੰਨੀਆਂ ਨੇ ਸਾਰੀ ਰਾਤ ਲੰਘ ਜਾਣੀ ਹੈ। ਇਹ ਮਿੰਟ 45 ਹੈਗੇ ਨੇ ਆਪਣੇ ਕੋਲ, ਜਿੰਨੀਆਂ ਸੁਣਾਓ ਅੱਜ ਤੇ ਮੈਂ ਅਫਸਾਨੇ ਹੀ ਇਹ ਸੁਣਨੇ ਨੇ। ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ,
ਸੰਵਿਧਾਨ ਸਭਾ ਦੇ ਵਿੱਚ ਗਵਰਨਰ ਦੀ ਅਪਾਇੰਟਮੈਂਟ ਨੂੰ ਲੈ ਕੇ ਜੋ ਕੁਝ ਹੋਇਆ, ਕੋਈ ਕਹਿੰਦਾ ਸੀ ਅਪਾਇੰਟਡ ਹੋਣਾ ਚਾਹੀਦਾ ਹੈ, ਕੋਈ ਕਹਿੰਦਾ ਕੋਈ ਪਾਵਰ ਨਹੀਂ ਹੋਣੀ ਚਾਹੀਦੀਆਂ, ਕੋਈ ਕਹਿੰਦਾ ਪਾਵਰ ਹੈ ਵੋਟਾਂ ਪਾ ਕੇ ਚੁਣੋ ਇਹਨੂੰ ਵੀ। ਉਹ ਤਾਂ ਇੱਕ ਲੰਬਾ ਹੈਗਾ, ਆਪਾਂ ਉਹਦੇ ਵਿੱਚ ਤਾਂ ਨਹੀਂ ਜਾਂਦੇ ਜੀ, ਕਿਉਂਕਿ ਉਹਦੇ ਬਾਰੇ ਕਾਫੀ ਡਿਸਕਸ਼ਨ ਹੋ ਚੁੱਕੀ ਹੈ ਜੀ। ਗੱਲ ਇਹ ਹੈਗਾ ਸੰਵਿਧਾਨਕ ਪਦ ਜਿਹੜਾ ਹੈਗਾ ਸਭ ਤੋਂ ਕੰਟਰੋਵਰਸ਼ੀਅਲ ਆਪਾਂ ਜਾਣਦੇ ਹਾਂ ਕਿ ਗਵਰਨਰ ਦਾ ਹੈਗਾ, ਬਲਕਿ ਮੈਂ ਕਹੂੰਗਾ ਬੜਾ ਗ੍ਰੇ ਨਹੀਂ ਬਲੈਕ ਸਪੌਟ ਹੈ ਸਾਡੇ ਸੰਵਿਧਾਨ ਦਾ। ਇਹ ਤਾਂ ਕਮਾਇਆ ਹੈ ਨਾ ਗਵਰਨਰਾਂ ਨੇ। ਇਸ ਕਰਕੇ ਹੈ ਇੱਕ ਪਾਸੇ ਗਵਰਨਰ ਜਿਹੜਾ ਹੈਗਾ ਉਹ ਅਪਾਇੰਟ ਕਰੂਗਾ ਰਾਸ਼ਟਰਪਤੀ, ਇਹਦਾ ਮਤਲਬ ਹੈ ਗਵਰਨਰ ਅਪਾਇੰਟ ਕਰੂਗੀ ਜਿਹਦੀ ਸਰਕਾਰ ਸੈਂਟਰ ਦੇ ਵਿੱਚ ਹੈ, ਮੋਦੀ ਸਾਹਿਬ ਤੇ ਅਮਿਤ ਸ਼ਾਹ। ਦੂਜੇ ਪਾਸੇ ਗਵਰਨਰ ਜਿਹੜਾ ਹੈਗਾ ਸਰਕਾਰੀਆ ਕਮਿਸ਼ਨ ਵੀ ਕਹਿੰਦਾ ਹੈ, ਮੁੰਸ਼ੀ ਕਮਿਸ਼ਨ ਵੀ ਕਹਿੰਦਾ ਹੈ ਵੀ ਗਵਰਨਰ ਜਿਹੜਾ ਹੈਗਾ ਨਾਨ ਪੋਲੀਟੀਕਲ ਹੋਣਾ ਚਾਹੀਦਾ ਹੈ, ਪ੍ਰੈਫਰੇਬਲੀ ਉਸ ਪਾਰਟੀ ਚੋਂ ਨਹੀਂ ਹੋਣਾ ਚਾਹੀਦਾ ਜਿਸ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਔਰ ਸੀਐਮ ਨੂੰ ਪੁੱਛ ਕੇ ਬਣਾਉਣਾ ਚਾਹੀਦਾ ਵਗੈਰਾ ਵਗੈਰਾ। ਲੇਕਿਨ ਉਹ ਚੀਜ਼ਾਂ ਨਹੀਂ ਹੁੰਦੀਆਂ। ਇੱਕ ਪਾਸੇ ਗਵਰਨਰ ਆਈਡੀਓਲੋਜੀਕਲੀ ਮੋਟੀਵੇਟਡ ਬਣ ਰਹੇ ਹਨ, ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਬਣ ਰਹੇ ਹਨ, ਉਹ ਸਰਕਾਰ ਦੇ ਏਜੰਟ, ਪਿੱਠੂ ਜਾਂ ਜਾਸੂਸ ਦੇ ਤੌਰ ਤੇ ਕੰਮ ਕਰ ਰਹੇ ਹਨ। ਸਹੀ ਸ਼ਬਦਾਵਲੀ ਵਰਤੀ ਤੁਸੀਂ। ਔਰ ਦੂਸਰੇ ਪਾਸੇ ਸੰਵਿਧਾਨ ਹੀ ਕਹਿੰਦਾ ਆਰਟੀਕਲ 361 ਕਿ ਗਵਰਨਰ ਨੂੰ ਕੰਪਲੀਟ ਇਮਿਊਨਿਟੀ ਹੈ। ਤੁਸੀਂ ਅਦਾਲਤ ਵਿੱਚ ਨਹੀਂ ਲਿਜਾ ਸਕਦੇ, ਤੁਸੀਂ ਨਾ ਤਾਂ ਪਾਰਲੀਮੈਂਟ ਦੇ ਵਿੱਚ ਉਹਦੇ ਬਾਰੇ ਡਿਸਕਸ ਕਰ ਸਕਦੇ, ਉਹਦਾ ਕੰਡਕਟ, ਨਾ ਤੁਸੀਂ ਅਦਾਲਤ ਵਿੱਚ ਜਾ ਸਕਦੇ ਹੋ, ਯਾਨੀ ਉਹ ਜੋ ਮਰਜ਼ੀ ਕਰੀ ਚੱਲੇ, ਇਮਿਊਨਿਟੀ ਤਾਂ ਉਹਨੂੰ ਮਿਲੀ ਹੋਈ ਹੈ ਘੱਟੋ ਘੱਟ ਜਦ ਤੱਕ ਗਵਰਨਰ ਹੈ, ਜਦ ਤੱਕ ਤਾਂ ਇਮਿਊਨਿਟੀ ਹੈ। ਬਾਈ ਗਵਰਨਰ ਚੁਣੋ, ਲਾਓ, ਖਤਮ ਕਰੋ ਦੇਸ਼ ਚ ਬਾਕੀ ਸਿਸਟਮ। ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਇਸ ਉਹਦੇ ਤੇ ਦੇਖਦੇ ਹਾਂ ਕਿ ਗਵਰਨਰ ਜਿਹੜਾ ਹੈਗਾ ਇਸ ਚੀਜ਼ ਦਾ ਫਾਇਦਾ ਉਠਾਉਂਦੇ ਆ। ਦੋ ਚੀਜ਼ਾਂ ਇਹਦੇ ਵਿੱਚ ਬੜੀਆਂ ਇੰਪੋਰਟੈਂਟ ਹੈ ਜਿਹੜੀਆਂ ਗਵਰਨਰ ਫਾਇਦਾ ਉਠਾਉਂਦੇ ਆ, ਦਾ ਮਤਲਬ ਕੇਂਦਰ ਦੀ ਸਰਕਾਰ ਫਾਇਦਾ ਉਠਾਉਂਦੀ ਹੈ। ਦੋ ਚੀਜ਼ਾਂ ਇਹਦੇ ਵਿੱਚ ਬੜੀਆਂ ਇੰਪੋਰਟੈਂਟ ਹੈ। ਪਹਿਲੀ ਚੀਜ਼ ਇਹ ਹੈਗੀ ਹੈ ਕਿ ਸੁਪਰੀਮ ਕੋਰਟ ਵੀ ਕਹਿੰਦੀ ਹੈ ਔਰ ਇਹ ਕਹਿੰਦੇ ਵੀ ਗਵਰਨਰ ਏਡ ਐਂਡ ਐਡਵਾਈਸ ਆਫ ਦਾ ਕਾਉਂਸਲ ਆਫ ਮਿਨਿਸਟਰਸ ਦੇ ਨਾਲ ਜੁੜਿਆ ਹੋਇਆ, ਜੋ ਇਹ ਕਹਿਣਗੇ ਉਹਦੇ ਮੁਤਾਬਕ ਚੱਲੇਗਾ, ਜੋ ਕੈਬਨਿਟ ਕਹੇਗੀ ਉਹਦੇ ਅਨੁਸਾਰ ਚੱਲਣਾ ਹੋਏਗਾ, ਜਿਹੜੀ ਸਟੇਟ ਦੀ ਕੈਬਨਿਟ ਹੋਏਗੀ। ਦੂਸਰੇ ਪਾਸੇ ਸੰਵਿਧਾਨ ਇਹ ਵੀ ਕਹਿੰਦਾ ਹੈ ਕਿ ਉਹਦੇ ਕੋਲ ਪਾਵਰਾਂ ਹੈਗੀਆਂ, ਉਹ ਆਪਣੀਆਂ ਪਾਵਰਾਂ ਦਾ ਇਸਤੇਮਾਲ ਅਫਸਰਾਂ ਦੁਆਰਾ ਜਾਂ ਡਾਇਰੈਕਟ ਵੀ ਕਰ ਸਕਦਾ ਹੈ। देखो कंट्रोवर्सी किड्डी तकड़ी है विद इन कॉन्स्टिट्यूशन, नाले डिस्क्रिप्शन भी देती, ये भी कहता कि अपने ऑफिसर द्वारा या डायरेक्ट या इनडायरेक्ट, मतलब एक मुख्यमंत्री साहब दी मर्जी अनुसार चलेगा, काउंसिल ऑफ मिनिस्टर दी मर्जी अनुसार चलेगा, एक अपनी मर्जी अनुसार भी चलेगा, अपनी मर्जी के अनुसार। तीसरी चीज ये हैगी है अथरा घोड़ा होया कि अगर गवर्नर किते ने करता है परसोना डेजिग्नेटा नु कहंदे हैं, यानी किते डेजिग्नेट कीता, जिवें कि ਵਾਈਸ ਚਾਂਸਲਰ ਹੈਗਾ ਯੂਨੀਵਰਸਿਟੀ ਦਾ, ਉੱਥੇ ਡੈਜ਼ਿਗਨੇਟਡ ਹੈ, ਉੱਥੇ ਗਵਰਨਰ ਆਪਣੀ ਮਰਜ਼ੀਆਂ ਇਸਤੇਮਾਲ ਕਰ ਰਹੇ ਆ। ਅਪਾਇੰਟਮੈਂਟਾਂ ਦੇ ਵਿੱਚ ਵੀ ਆਪਾਂ ਰੀਸੈਂਟਲੀ ਦੇਖਦੇ ਹਾਂ ਕੇਰਲਾ ਦੇ ਵਿੱਚ, ਹੋਰ ਜਗ੍ਹਾ ਦੇ ਉੱਪਰ ਗਵਰਨਰ ਕਹਿੰਦਾ ਵੀ ਮੈਂ ਹਟਾਉਣਾ, ਸਟੇਟ ਗਵਰਨਮੈਂਟ ਕਹਿੰਦੀ ਹੈ ਨਹੀਂ ਹਟਣ ਦੇਣਾ, ਗਵਰਨਰ ਕਹਿੰਦਾ ਮੈਂ ਫਲਾਣੇ ਨੂੰ ਅਪਾਇੰਟ ਕਰਨਾ, ਸਟੇਟ ਕਹਿੰਦੇ ਮੈਂ ਨਹੀਂ। ਤਾਂ ਉਹ ਜਿਹੜੀ ਚੀਜ਼ ਹੈ ਉਹ ਇਸ ਕਰਕੇ ਹੈ ਕਿਉਂਕਿ ਇੱਕ ਤਾਂ ਹੈਗੀਆਂ ਜਿਹੜੀਆਂ ਕਨਸਟੀਟਿਊਸ਼ਨਲ ਪਾਵਰਸ ਹੈ, ਉਹਦੇ ਵਿੱਚ ਤਾਂ ਗਵਰਨਰ ਏਡ ਐਂਡ ਐਡਵਾਈਸ ਹੈ, ਉਹ ਸੁਪਰੀਮ ਕੋਰਟ ਦੇ ਹੋਰ ਜਗ੍ਹਾ ਦੇ ਕਈ ਫੈਸਲੇ ਹੈਗੇ। ਲੇਕਿਨ ਜਿੱਥੇ ਗਵਰਨਰ ਕੋਲ ਡੈਜ਼ਿਗਨੇਟਡ ਪਾਵਰਸ ਹੈਗੀ, ਉੱਥੇ ਗਵਰਨਰ ਆਪਣੀਆਂ ਸ਼ਕਤੀਆਂ ਦਾ ਮਿਸਯੂਜ਼ ਵੀ ਕਰਦੇ ਆ, ਯੂਜ਼ ਵੀ ਕਰਦੇ ਆ, ਇਸ਼ਾਰੇ ਤੇ ਵੀ ਕੰਮ ਕਰਦੇ ਆ। ਉਹਦੀ ਵਜ੍ਹਾ ਕਰਕੇ ਜਿੰਨੇ ਵੀ ਅੱਜ ਕੱਲ ਕੰਟਰੋਵਰਸੀਜ਼ ਆਪਾਂ ਦੇਖਦੇ ਆ, ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਹੈ, ਚਾਹੇ ਉਹ ਝਾਰਖੰਡ ਚ ਹੈ, ਚਾਹੇ ਤਾਮਿਲਨਾਡੂ ਦੇ ਵਿੱਚ ਹੈ, ਚਾਹੇ ਕੇਰਲਾ ਦੇ ਵਿੱਚ ਹੈ, ਚਾਹੇ ਰੀਸੈਂਟਲੀ ਪੰਜਾਬ ਦੇ ਵਿੱਚ ਹੈ ਨੇੜੇ, ਔਰ ਉਹਦੇ ਵਿੱਚ ਗਵਰਨਰ ਜਿਹੜੇ ਹੈਗੇ ਆ ਉਹ ਆਪਣੀਆਂ ਸ਼ਕਤੀਆਂ ਦਾ ਕੰਪਲੀਟ ਮਿਸਯੂਜ਼ ਇੱਕ ਵਾਰੀ ਤੁਹਾਨੂੰ ਦੁਬਾਰਾ ਇੰਗੇਜ ਕਰਨਾ ਚਾਹ ਰਿਹਾ, ਤੁਸੀਂ ਕਿਹਾ ਵੀ ਜਿੱਥੇ ਜਿੱਥੇ ਤਾਂ ਡਿਸਕ੍ਰਿਸ਼ਨ ਹੈਗੀ ਹੈ ਉੱਥੇ ਮਿਸਯੂਜ਼ ਕਰ ਰਹੇ ਨੇ, ਜਿਹੜੀਆਂ ਤੇ ਕਨਸਟੀਟਿਊਸ਼ਨਲ ਉਹਨੂੰ ਦਿੱਤੀਆਂ ਉਹਦੇ ਅਨੁਸਾਰ ਚੱਲ ਰਹੇ ਨੇ। ਪ੍ਰੋਬਲਮ ਇਹ ਹੈ ਉੱਥੇ ਵੀ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਜਿਸ ਵੇਲੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਂਦਾ, ਹੁਣ ਗਵਰਨਰ ਕਿਸ ਨੂੰ ਇਨਵਾਈਟ ਕਰਦਾ ਹੈ, ਕਿਸ ਨੂੰ ਕਦੋਂ ਕਹਿੰਦਾ ਕਿ ਤੁਸੀਂ ਆਪਣੀ ਮੈਜੋਰਿਟੀ ਸਾਬਤ ਕਰੋ, ਤਾਂ ਉੱਥੇ ਵੀ ਮਿਸਯੂਜ਼ ਕਰ ਰਹੇ ਨੇ। ਤੁਸੀਂ ਇੱਕ ਗੱਲ ਕਹੀ ਹੈ ਨਾ ਕਿ ਗਵਰਨਰ ਜਿਹੜਾ ਹੈਗਾ ਕਿਸੇ ਵੀ ਵੇਲੇ ਸੀਐਮ ਨੂੰ ਲਾਂਭੇ ਕਰ ਸਕਦਾ ਅਗਰ ਉਹਦੇ ਪਰ ਕੋਈ ਕੇਸ ਹੈ, ਲੇਕਿਨ ਐਟ ਦਾ ਸੇਮ ਟਾਈਮ ਕਨਸਟੀਟਿਊਸ਼ਨਲ ਰੈਮੇਡੀਜ਼ ਵੀ ਹੈਗੀਆਂ। ਗਵਰਨਰ ਪਹਿਲਾਂ ਕੀ ਕਰਦੇ ਸੀਗੇ, ਗਵਰਨਰ ਹਾਊਸ ਦੇ ਵਿੱਚ ਲਿਆ ਕੇ ਮੈਜੋਰਟੀਆਂ ਮਾਈਨੋਰਟੀਆਂ ਸਿੱਧ ਕਰ ਦਿੰਦੇ ਸੀ, ਸੁਪਰੀਮ ਕੋਰਟ ਨੇ ਕਿਹਾ ਨਹੀਂ ਤੁਸੀਂ ਅਸੈਂਬਲੀ ਦੇ ਵਿੱਚ ਕਰੋ। ਇਹ ਪ੍ਰੋਬਲਮ ਜਿਹੜੀ ਹੈ ਨਾ ਕਮਲਜੀਤ ਜੀ, ਕਨਸਟੀਟਿਊਸ਼ਨਲ ਤਾਂ ਹੈਗੀ ਹੈ, ਤੁਸੀਂ ਸੁਪਰੀਮ ਕੋਰਟ 'ਚ ਜਾ ਹੀ ਸਕਦੇ ਹੋ। 99 'ਚ ਬੋਮਈ ਸਾਹਿਬ ਦੀ ਸਰਕਾਰ ਡਿੱਗੀ ਸੀਗੀ ਤੇ ਸੁਪਰੀਮ ਕੋਰਟ ਦੀ ਬੜੀ ਅੱਛੀ ਜਜਮੈਂਟ ਹੈ, ਪਰ ਕਦੋਂ ਆਈ ਜੀ? 94 'ਚ ਆਈ। ਉਦੋਂ ਤੱਕ ਬੋਮਈ ਸਾਹਿਬ ਆਪਣੇ ਘਰੇ ਬੈਠੇ ਹੋਏ ਸੀ, ਜਜਮੈਂਟ ਬੜੀ ਅੱਛੀ ਹੈ, ਪਰ ਸਰਕਾਰ ਸੁੱਟ ਦਿੱਤੀ, ਅਗਲੀ ਸਰਕਾਰ ਬਣ ਗਈ, ਕੰਮ ਤੇ ਹੋ ਗਿਆ ਨਾ। ਸੋ ਕਮਲਜੀਤ ਜੀ ਗੱਲ ਇਹ ਹੈ ਵੀ ਇੱਕ ਤਾਂ ਇਹਨਾਂ ਨੇ ਜਿਹੜੀ ਆਈਡੈਂਟੀਫਾਈ ਕੀਤਾ ਨਾ ਕਿ ਸਾਰੇ ਸੰਵਿਧਾਨ ਦੇ ਵਿੱਚ तमाम ਕਿਸਮ ਦੀਆਂ ਪੋਸਟਾਂ ਨੇ, ਸੁਪਰੀਮ ਕੋਰਟ ਦੇ ਜੱਜ ਕਿਸ ਤਰ੍ਹਾਂ ਲੱਗਣੇ ਨੇ, ਪਾਰਲੀਮੈਂਟ ਕਿਸ ਤਰ੍ਹਾਂ ਬਣਨੀ ਹੈ, ਐਮਐਲਏ ਦੀਆਂ ਪਾਵਰਸ ਕੀ ਹੋਣਗੀਆਂ, ਯੂਨੀਅਨ ਕਾਉਂਸਲ ਆਫ ਮਿਨਿਸਟਰਸ ਕਿੱਦਾਂ ਕਰੇਗੀ, ਉਹਨਾਂ ਸਾਰਿਆਂ ਦੇ ਵਿੱਚੋਂ ਘੋਖ ਕਰਕੇ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਗ੍ਰੇ ਸਪੌਟ, ਬਾਅਦ ਵਿੱਚ ਕਹਿੰਦੇ ਬਲੈਕ ਸਪੌਟ ਹੈ
एक काला धब्बा है, कलंक ही कहते हैं जी ਇਹਨੂੰ ਪੰਜਾਬੀ ਚ ਕੀ ਇਹਦੇ ਕੋਈ ਗੁਰੇਜ਼ ਕਰਨਾ ਹੁਣ। ਇਹ ਜਿਹੜਾ ਇੱਕ ਇੱਕ ਕਲੰਕ ਹੈ ਸਾਡੀ ਹਰੇਕ ਸਟੇਟ ਦੇ ਵਿੱਚ ਭੇਜਿਆ। 50 ਵਾਰੀ ਇਹ ਬਾਰ-ਬਾਰ ਡਿਸਕਸ ਹੋ ਗਿਆ। ਇਹਨਾਂ ਨੇ ਸਰਕਾਰੀਆ ਕਮਿਸ਼ਨ ਦੀ ਗੱਲ ਕੀਤੀ ਹੈ, ਉਹ ਕਨਸਟੀਟਿਊਸ਼ਨ ਰਿਵਿਊ ਕਮਿਸ਼ਨ ਵੇਲੇ ਵੀ, ਪੁੰਛੀ ਕਮਿਸ਼ਨ ਵੇਲੇ ਵੀ ਬਾਰ-ਬਾਰ ਇਹ ਕਮੇਟੀਆਂ ਬਣਦੀਆਂ ਰਹੀਆਂ ਨੇ ਕਿ ਤੁਸੀਂ ਗਵਰਨਰ ਨੂੰ ਇਸ ਤਰੀਕਿਆਂ ਨਾਲ ਲਗਾਓ, ਇੱਦਾਂ ਦਾ ਟੈਨਿਓਰ ਫਿਕਸ ਕਰੋ। ਕੋਈ ਉਹਦਾ ਟੈਨਿਓਰ ਨਹੀਂ, ਤੁਸੀਂ ਮਤਲਬ ਭਾਰਤ ਸਰਕਾਰ ਅੱਜ ਗਵਰਨਰ ਲਾ ਦੇਵੇ ਤੇ ਅਗਲੇ 54 ਸਾਲ ਜੇ ਭਾਰਤੀ ਜਨਤਾ ਪਾਰਟੀ ਦਾ ਰਾਜ ਆਂਦਾ ਰਹੇ ਤਾਂ 54 ਸਾਲ ਗਵਰਨਰ ਰਹਿ ਸਕਦਾ, ਜਿਹਦਾ ਮਤਲਬ 454 ਸਾਲ ਵੀ ਰਹਿ ਸਕਦਾ। ਸੰਵਿਧਾਨ 'ਚ ਘੱਟੋ ਘੱਟ ਕੋਈ ਉਹਨੂੰ ਹਟਾਉਂਦੇ ਹੈ ਨਹੀਂ। ਜੇ ਉਹ ਕੋਈ ਬਿੱਲ ਰੋਕ ਲਵੇ ਤੇ 4 ਦਿਨ ਲਈ ਬਿੱਲ ਰੋਕ ਸਕਦਾ, 40 ਦਿਨ ਲਈ, 400 ਦਿਨਾਂ ਲਈ, ਤੇ ਜੇ 40 ਸਾਲ ਲੱਗਾ ਰਹੇ ਤਾਂ 40 ਸਾਲ ਲਈ ਵੀ ਬਿੱਲ ਰੋਕ ਸਕਦਾ। ਸੰਵਿਧਾਨ 'ਚ ਕੁਝ ਨਹੀਂ ਹੈਗਾ ਜਿਹੜਾ ਉਹਨੂੰ ਰੋਕੇ ਕਿ ਬਿੱਲ ਉਹ ਕਿੰਨੀ ਦੇਰ ਰੋਕ ਸਕਦਾ। ਇਹੋ ਜਿਹੀਆਂ ਪਾਵਰਸ ਦੇ ਜਿਸ ਵੇਲੇ ਇਹ ਸਾਰਾ ਕੁਝ ਸਾਹਮਣੇ ਆਉਂਦਾ ਹੈ, ਤੁਸੀਂ ਡੈਮੋਕ੍ਰੇਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਜਿਹੜਾ ਗਵਰਨਰ ਵਾਲਾ ਮਸਲਾ ਖੜਾ ਹੋਇਆ ਇਹਨੂੰ ਕਿੱਦਾਂ ਦੇਖਦੇ ਹੋ? ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਵੇਲੇ ਇਸ ਕਿਸਮ ਦਾ ਰਫੜ ਪੈਂਦਾ ਹੈ ਤੇ ਫਿਰ ਸਰਕਾਰ ਉਹਦੇ ਨਾਲ ਇੱਕ ਲੜਾਈ ਤੋਂ ਵੀ ਇਨਕਾਰ ਕਰਦੀ ਹੈ ਕਿ ਅਸੀਂ ਇਹਨੂੰ ਇਸ਼ੂ ਵੀ ਨਹੀਂ ਬਣਾਉਣਾ। ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਦੋ ਆਪਣੇ ਕੁਐਸਚਨ ਨੇ, ਪੰਜਾਬ ਸਰਕਾਰ ਤੇ ਉਸ ਤੋਂ ਪਹਿਲਾਂ ਇੱਕ ਜਰਨਲ ਵਰਤਾਰਾ, ਬਿਲਕੁਲ ਵਰਤਾਰਾ ਚੱਲ ਰਿਹਾ। ਮੈਨੂੰ ਲੱਗਦਾ ਵਰਤਾਰਾ ਇਹ ਚੱਲ ਰਿਹਾ ਹੈ ਕਿ ਕੇਂਦਰ ਸਰਕਾਰ ਐਕਸਟ੍ਰੀਮ ਪਾਵਰਸ ਇੰਜੋਏ ਕਰਦੀ ਹੈ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਦੇ ਵਿੱਚ ਜੀ। ਉਹਨਾਂ ਦਾ ਪੂਰਾ ਮਿਸ਼ਨ ਤੇ ਲੱਗੇ ਹੋਏ ਨੇ ਵੀ ਸਟੇਟਾਂ ਦੇ ਵਿੱਚ ਸਰਕਾਰਾਂ ਬਦਲ ਕੇ ਕਿਸੇ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਵੀ ਐਕਸਟ੍ਰੀਮ ਪਾਵਰਸ ਆਣ। ਲੇਕਿਨ ਇਸ ਦੌਰਾਨ ਜਦੋਂ ਇਹ ਗੈਪ ਹੈ ਦੋਨਾਂ ਚੀਜ਼ਾਂ ਦੇ ਵਿਚਾਲੇ, ਉਸ ਦੌਰਾਨ ਚੀਜ਼ਾਂ ਜਿਹੜੀਆਂ ਨੇ ਉਹ ਸਟੇਟਾਂ ਦੀ ਜਿਹੜੀ ਮਾੜੀ ਮੋਟੀ ਵੀ ਫ੍ਰਿਕਸ਼ਨ ਹੈ, ਇਲੈਕਟਿਡ ਸਰਕਾਰਾਂ ਜਿਹੜੀਆਂ ਸਟੇਟਾਂ ਦੇ ਅੰਦਰ ਚੁਣੀਆਂ ਹੋਈਆਂ ਸਰਕਾਰਾਂ ਨੇ, ਉਹਨਾਂ ਦਾ ਕਿਸੇ ਕਿਸਮ ਦਾ ਵੀ ਜਿਹੜਾ ਫ੍ਰਿਕਸ਼ਨ ਹੈ, ਉਸ ਦੇ ਵਿੱਚ ਸਟੇਟ ਸੈਂਟਰ ਦੇ ਏਜੰਟ ਵਜੋਂ ਗਵਰਨਰ ਜਿਹੜਾ ਹੈਗਾ ਉਹ ਰੋਲ ਪਲੇ ਕਰ ਰਿਹਾ ਹੈ, ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਉਗੜ ਕੇ ਜ਼ਿਆਦਾ ਸਾਹਮਣੇ ਆ ਗਿਆ। ਇਹ ਸਾਹਮਣੇ ਇੱਕਦਮ ਆਇਆ ਕਿਉਂਕਿ ਕੋਈ ਵੀ ਚੀਜ਼ ਸਾਹਮਣੇ ਉਦੋਂ ਆਉਂਦੀ ਹੈ, ਪ੍ਰੋਬਲਮਾਂ ਕਈ ਵਾਰੀ ਕਨਸਟੀਟਿਊਸ਼ਨਲ ਮਤਲਬ ਸਿਸਟਮ ਦੇ ਵਿੱਚ ਹੀ ਪਈਆਂ ਹੁੰਦੀਆਂ ਨੇ। ਹੋ ਸਕਦਾ ਸੰਵਿਧਾਨ ਦੇ ਸਾਰੇ ਉਹ ਸਿਸਟਮਸ, ਉਹ ਜਿਹੜੀਆਂ ਬਹਿਸਾਂ ਆਪਾਂ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹਾਂ, ਉਹਨਾਂ ਦੇ ਦੌਰਾਨ ਹੀ ਇਹ ਪ੍ਰੋਬਲਮਾਂ ਨਸ਼ਰ ਹੋ ਗਈਆਂ ਸੀ। ਲੇਕਿਨ ਉਹ ਉਗੜ ਕੇ ਸਾਹਮਣੇ ਕਦੋਂ ਆਉਂਦੀਆਂ ਨੇ? ਜਦੋਂ ਦੇਸ਼ ਦੇ ਵਿੱਚ ਇੱਕ ਐਸੀ ਸਰਕਾਰ ਆ ਜਾਂਦੀ ਹੈ ਜਿਹੜੀ ਪੂਰੇ ਦੇਸ਼ ਨੂੰ ਇੱਕਦਮ, ਜਿਹਨੂੰ ਕਹਿੰਦੇ ਇੱਕ ਸੁਰ ਕਰਨਾ ਚਾਹ ਰਹੀ ਹੈ, ਜਿਹੜੀ ਪੂਰੇ ਦੇਸ਼ ਨੂੰ ਇੱਕ ਸੂਈ ਦੇ ਨੱਕੇ ਦੇ ਵਿੱਚੋਂ ਕੱਢਣਾ ਚਾਹ ਰਹੀ ਹੈ। ਉਗੜ ਕੇ ਤਾਂ ਉਦੋਂ ਆਉਂਦੀ ਨਾ ਜਦੋਂ ਸਰਕਾਰ ਆਪੋਜੀਸ਼ਨ ਪਾਰਟੀ ਦੀ ਹੋਵੇ ਰਾਜ ਵਿੱਚ। ਬਿਲਕੁਲ ਬਿਲਕੁਲ, ਮੈਂ ਇਸੇ ਨੂੰ ਕਰ ਰਿਹਾ। ਜਦੋਂ ਇੱਕ ਐਸੀ ਸਰਕਾਰ ਸੈਂਟਰ ਦੇ ਵਿੱਚ ਹੈ, ਉਹ ਹਰ ਕਿਸਮ ਦੀ ਵਿਰੋਧਤਾਈ ਦਾ ਜਿਹੜਾ ਹੈਗਾ ਉਹ ਮਤਲਬ ਉਹਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ। ਸਿਰਫ ਕਥਾ ਕਲਾਮ ਲਈ ਮਾਫੀ, ਮੈਂ ਨਹੀਂ ਸਿਰਫ ਗੱਲ ਕਰਾਂ ਕਿ ਜਿਹੜਾ ਤੁਸੀਂ ਕਿਹਾ ਕਨਸਟੀਟਿਊਸ਼ਨ ਦੀ ਸਕੀਮ ਦੇ ਵਿੱਚ ਪ੍ਰੋਬਲਮ ਹੋਏਗੀ, ਉਹ ਫਿਰ ਉੱਥੇ ਕਿਉਂ ਨਹੀਂ ਆਉਂਦੀ ਜਿੱਥੇ ਦੋਨੋਂ ਜਗ੍ਹਾ ਦੇ ਉੱਤੇ ਸੇਮ ਪਾਰਟੀ ਦੀ ਸਰਕਾਰ ਹੋਵੇ? ਉੱਥੇ ਉਹ ਲੈ ਕੇ ਨਹੀਂ ਆਉਂਦੇ। ਤੁਸੀਂ ਇਹ ਦੇਖੋ, ਉੱਥੇ ਵੀ ਹੁੰਦੀ ਆ, ਉੱਥੇ ਪੇਪਰ ਓਵਰ ਕਰ ਲੈਂਦੇ, ਉੱਥੇ ਉਹਨਾਂ ਦੀ ਲੋੜ ਨਹੀਂ ਪੈਂਦੀ। ਤੁਸੀਂ ਉਹਦੀ ਇੱਕ ਐਗਜ਼ਾਮਪਲ ਸਤਿਆਪਾਲ ਮਲਿਕ ਹੈ। ਸਤਿਆਪਾਲ ਮਲਿਕ ਉਹ ਇਹਨਾਂ ਦੇ ਹੀ ਅਪਾਇੰਟਡ ਗਵਰਨਰ ਨੇ, ਬਿਲਕੁਲ। ਲੇਕਿਨ ਉਹ ਜਿਵੇਂ ਹੀ ਇਹਨਾਂ ਦੀ ਸੁਰ ਤੋਂ ਬਾਹਰ ਹੋ ਕੇ ਬੋਲਣਾ ਸ਼ੁਰੂ ਕਰਦੇ ਨੇ, ਪ੍ਰੋਬਲਮ ਉਹਨਾਂ ਨਾਲ ਵੀ ਆਉਂਦੀ ਹੈ। ਉੱਥੇ ਫਿਰ ਗਵਰਨਰ ਬਦਲ ਦਿੱਤਾ ਜਾਂਦਾ, ਉਹ ਅੰਦਰੋਂ ਹੀ ਆਉਂਦੀ ਹੈ। ਸੋ ਉੱਥੇ ਗਵਰਨਰ ਬਦਲ ਦਿੱਤਾ ਜਾਂਦਾ ਹੈ, ਉੱਥੇ ਬੰਦਾ ਬਦਲ ਦਿੱਤਾ ਜਾਂਦਾ ਹੈ। ਸੋ ਇਹਦਾ ਮਤਲਬ ਸਰਕਾਰ ਨੇ ਕਿਤੇ ਨਾ ਕਿਤੇ ਇੱਕ ਏਜੰਟਸ ਦਾ ਪੂਰੀ ਲਾਈਨ ਵਿਛਾ ਰੱਖੀ ਹੈ ਪੂਰੇ ਦੇਸ਼ ਦੇ ਵਿੱਚ ਕਿ ਜਿੱਥੇ ਚੁਣੀ ਹੋਈ ਲੋਕਾਂ ਦੀ ਸਰਕਾਰ ਕੇਂਦਰ ਸਰਕਾਰ ਦੇ ਮਾੜੀ ਮੋਟੀ ਮਰਜ਼ੀ ਤੋਂ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕਰੇ ਤਾਂ ਬਾਰ-ਬਾਰ ਉਸ ਨੂੰ ਡੰਡਾ ਦਿਖਾਣਾ, ਉਸ ਨੂੰ ਇੱਕ ਮਤਲਬ ਰਾਹ ਦੇ ਉੱਤੇ ਲੈ ਕੇ ਆਣਾ, ਇਹਦੇ ਵਾਸਤੇ ਸਰਕਾਰ ਨੇ ਇਹ ਅਰੇਂਜਮੈਂਟ ਜਿਹੜਾ ਹੈਗਾ ਰੱਖਿਆ ਹੀ ਹੋਇਆ ਸੀਗਾ, ਪਹਿਲਾਂ ਕਨਸਟੀਟਿਊਸ਼ਨਲੀ ਪਿਆ ਸੀ। ਮੌਜੂਦਾ ਸਰਕਾਰ ਇਸ ਨੂੰ ਇਸਤੇਮਾਲ ਕਰਨ ਤੇ ਆ ਗਈ ਹੈ। ਮੈਨੂੰ ਜੋ ਲੱਗ ਰਿਹਾ ਮੌਜੂਦਾ ਸਰਕਾਰ ਜਿਹੜੀ ਹੈ ਉਹ ਇਸ ਨੂੰ ਹੋਰ ਜ਼ਿਆਦਾ ਵਰਤ ਰਹੀ ਹੈ, ਜਿਹਦੇ ਕਰਕੇ ਇਹਦਾ ਉਗੜਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ। ਜਿੱਥੇ ਤੱਕ ਸਵਾਲ ਪੰਜਾਬ ਦਾ ਹੈ, ਮੈਨੂੰ ਲੱਗਦਾ ਪੰਜਾਬ ਸਰਕਾਰ ਇਹਦਾ ਗਵਰਨਰ ਨੇ ਜਦੋਂ ਇਹ ਲਿਖਦਾ ਹੈ ਕਿ ਮੁੱਖ ਮੰਤਰੀ ਗੁਜਰਾਤ ਦੇ ਵਿੱਚ ਚੋਣਾਂ ਵਿੱਚ ਬਿਜ਼ੀ ਹੋਣ ਕਰਕੇ ਮੈਂ ਉਹਨੂੰ ਸੰਪਰਕ ਨਹੀਂ ਕਰ ਸਕਿਆ, ਇਹ ਲਾਈਨ ਹੈ। ਮੈਨੂੰ ਲੱਗਾ ਰੈਲੀ 'ਚ ਬੋਲਿਆ ਹੋਣਾ ਕਿਤੇ ਗਵਰਨਰ ਸਾਹਿਬ ਨੇ, ਹੋ ਸਕਦਾ ਹੈ ਪੋਲੀਟੀਕਲ ਬਿਆਨ, ਲੇਕਿਨ ਇਹ ਚਿੱਠੀ ਦੇ ਵਿੱਚ ਲਿਖਿਆ ਹੋਇਆ। ਹੁਣ ਮੈਂ ਕਹਿੰਦਾ ਕਿ ਬਿਲਕੁਲ ਸਾਡੀ ਵੀ ਹੋ ਸਕਦਾ ਮੁੱਖ ਮੰਤਰੀ ਬਾਰੇ ਇਹ ਕ੍ਰਿਟਿਸਿਜ਼ਮ ਹੋਵੇ, ਲੇਕਿਨ ਗਵਰਨਰ ਜਦੋਂ ਇਹ ਲਿਖਦਾ ਹੈ ਤਾਂ ਉਹ ਇੱਕ ਪੋਲੀਟੀਕਲ ਸਟੇਟਮੈਂਟ ਹੈ। ਸੋ ਜਦੋਂ ਗਵਰਨਰ ਪੋਲਿਟਿਕਸ ਦੇ ਉੱਤਰ ਆਵੇ ਫਿਰ ਤਾਂ ਚਾਹੀਦਾ ਤਾਂ ਇਹ ਸੀ ਪੰਜਾਬ ਸਰਕਾਰ ਵੀ ਉਸਦਾ ਪੋਲੀਟੀਕਲ ਜਵਾਬ ਦਿੰਦੀ, ਲੇਕਿਨ ਪੰਜਾਬ ਸਰਕਾਰ ਨੇ ਉਸਦਾ ਪੋਲੀਟੀਕਲ ਜਵਾਬ ਨਾ ਦੇਣ ਤੋਂ ਬਚਿਆ। ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਲੱਗਿਆ ਕਿ ਇਹ ਮਾਮਲਾ ਜਿਹੜਾ ਹੈ, ਮੈਨੂੰ ਤਾਂ ਲੱਗਦਾ ਜੱਫੀ ਪਾਣ ਨੂੰ ਫਿਰਦੇ ਸੀਗੇ ਵੀ ਕਿ ਪਿਆਰ ਮੁਹੱਬਤ ਨਾਲ ਗੱਲ ਨਿਪਟ ਜੇ, ਛੱਡੋ ਭਾਜੀ ਤੁਸੀਂ ਕਹਿ ਲਿਆ ਤਾਂ ਕੀ ਹੋ ਗਿਆ, ਅਸੀਂ ਤੁਹਾਡੇ ਬੱਚਿਆਂ ਆ ਗਏ। ਲੇਕਿਨ ਜੋ ਮੈਨੂੰ ਨਜ਼ਰ ਆਇਆ ਉਹ ਇਹ ਕਿ ਸਰਕਾਰ ਜਿਹੜੀ ਹੈਗੀ ਹੈ ਪੋਲੀਟੀਕਲ ਕਨਫਰੰਟੇਸ਼ਨ ਜਿਹੜੀ ਸੈਂਟਰ ਉਹਨਾਂ ਨਾਲ ਮੁੱਲ ਲੈ ਰਿਹਾ ਹੈ ਬਾਰ-ਬਾਰ, ਸਰਕਾਰ ਉਸ ਤੋਂ ਬਾਈਪਾਸ ਕਰਕੇ ਹੀ ਪਾਸੇ ਹੋਣਾ ਚਾਹੀਦੀ ਹੈ। ਔਰ ਇਹ ਟ੍ਰੈਂਡ ਜਿਹੜਾ ਹੈਗਾ ਇਸ ਸਰਕਾਰ ਦੇ ਬਣਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਮੈਂ ਬ੍ਰੇਕ ਲਈ ਰੋਕ ਰਿਹਾ, ਪਰ ਜਿਹੜਾ ਤੁਸੀਂ ਆ ਵਰਡ ਯੂਜ਼ ਕੀਤਾ ਨਾ ਵੀ ਸਰਕਾਰ ਮੁੱਲ ਕਨਫਰੰਟੇਸ਼ਨ ਲੈ ਰਹੀ ਹੈ, ਇਹ ਮੁੱਲ ਕਨਫਰੰਟੇਸ਼ਨ ਲੈਣ ਦੀ ਜਿਹੜੀ ਐਗਜ਼ਾਮਪਲ ਇਸ ਵੇਲੇ ਕੇਰਲਾ ਪੇਸ਼ ਕਰ ਰਿਹਾ ਵੀ ਰੋਜ਼ ਜਿਹੜੇ ਨਜ਼ਾਰੇ ਉੱਥੇ ਆ ਰਹੇ ਨੇ, ਉਹ ਜਵਾਬ ਦੇ ਰਹੇ ਨੇ, ਫੁੱਲ ਚੜੀਆਂ ਚੱਲ ਰਹੇ ਨੇ, ਉਹ ਜਵਾਬ ਵੀ ਦੇ ਰਹੇ ਨੇ। ਉਹਦੀ ਗੱਲ ਕਰਾਂਗੇ ਕਿ ਦਰਅਸਲ ਕੇਰਲਾ ਦੇ ਵਿੱਚ ਕੀ ਹੋ ਰਿਹਾ ਹੈ ਜਾਂ ਈਵਨ ਤਾਮਿਲਨਾਡੂ ਦੇ ਵਿੱਚ ਕੀ ਹੋ ਰਿਹਾ, ਇਹਦੇ ਬਾਰੇ ਗੱਲ ਕਰਦੇ ਹਾਂ ਤੇ ਫਿਰ ਉਹਨੂੰ ਤੁਸੀਂ ਕੰਪੇਅਰ ਕਰਕੇ ਦੇਖਣਾ ਕਿ ਪੰਜਾਬ ਦੇ ਵਿੱਚ ਇਹ ਆਪਸ ਵਿੱਚ ਖੜਕਾ। ਇਹ ਪਹਿਲੀ ਵਾਰ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦਾ ਪਿਆਰ ਮੁਹੱਬਤ ਰਾਜ ਭਵਨ ਅਤੇ ਸੀਐਮਓ ਦੇ ਵਿਚਕਾਰ ਬਣਦਾ ਜਾ ਰਿਹਾ, ਪੰਜਾਬ ਦੇ ਵਿੱਚ ਵੀ ਦੇਸ਼ ਭਰ ਦੇ ਵਿੱਚ ਵੀ ਇੱਕ ਨਵੀਂ ਕਿਸਮ ਦੀ ਬਹਿਸ ਛਿੜੀ ਹੈ ਕਿ ਕੀ ਰਿਸ਼ਤਾ ਹੋਣਾ ਚਾਹੀਦਾ ਹੈ ਕੇਂਦਰ ਦੇ ਇਹਨਾਂ ਨੁਮਾਇੰਦਿਆਂ ਦਾ। ਨਾਮ ਉਹਨਾਂ ਦਾ ਰੱਖਿਆ ਸਾਡੇ ਮਹਿਮਾਨ ਪ੍ਰੋਫੈਸਰ ਖਾਲਿਦ ਮੁਹੰਮਦ ਜੀ ਨੇ, ਏਜੰਟ
ਪਿੱਠੂ ਹੱਥ ਠੋਕੇ ਜਸੂਸ ਬਲੈਕ ਸਪੌਟ ਹਿਜ਼ ਐਕਸੀਲੈਂਸੀ ਕਹਿੰਦੇ ਆ ਜੀ ਅਸੀਂ ਯੋਰ ਐਕਸੀਲੈਂਸੀ ਕਹਿ ਕੇ ਸੰਬੋਧਨ ਹੋਈਦਾ। ਦੇਖੋ ਬਹਿਸ ਦੇਸ਼ ਦੇ ਵਿੱਚ ਕਿੱਥੇ ਤੱਕ ਪਹੁੰਚਦੀ ਜਾ ਰਹੀ ਹੈ। ਮੈਨੂੰ ਇਹ ਦੱਸੋ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਕੇਰਲਾ ਦੇ ਵਿੱਚ ਉਹਨੇ ਪਹਿਲਾਂ ਕਿਹਾ ਕਿ ਇਹ ਜਿਹੜਾ ਲੋਕ ਆਯੁਕਤਾ ਬਿੱਲ ਹੈ ਇਹ ਤੁਸੀਂ ਗਲਤ ਲਿਆ ਰਹੇ ਹੋ ਜੀ। ਮਤਲਬ ਇੱਕ ਗੱਲ ਹੁੰਦੀ ਹੈ ਕਿ ਅਸੈਂਬਲੀ ਬਿੱਲ ਪਾਸ ਕਰ ਦੇਵੇ ਤੇ ਗਵਰਨਰ ਐਗਰੀ ਨਾ ਕਰਦਾ ਹੋਵੇ ਤੇ ਬਿੱਲ ਵਾਪਸ ਭੇਜ ਦੇਵੇ। ਦੂਸਰੀ ਵਾਰ ਜਦੋਂ ਅਸੈਂਬਲੀ ਬਿੱਲ ਭੇਜ ਦਿੰਦੀ ਹੈ ਤੇ ਗਵਰਨਰ ਨੂੰ ਉਹ ਬਿੱਲ ਜਾਂ ਤੇ ਕਲੀਅਰ ਕਰਨਾ ਪੈਂਦਾ ਹੈ। ਮੈਕਸਿਮਮ ਜੋ ਉਹਨੂੰ ਲੱਗੇ ਕਿ ਕਿਸੇ ਸੈਂਟਰਲ ਲਾਅ ਦੇ ਨਾਲ ਕਨਫਲਿਕਟ ਹੈ ਤਾਂ ਉਹ ਇਹਨੂੰ ਪ੍ਰੈਜ਼ੀਡੈਂਟ ਕੋਲ ਭੇਜ ਸਕਦਾ ਹੈ। ਇੱਥੇ ਇਹ ਹੋਇਆ ਕਿ ਜਦੋਂ ਲੋਕ ਆਯੁਕਤਾ ਬਿੱਲ ਪਾਸ ਕੀਤਾ ਉਹਨਾਂ ਨੇ, ਜਦੋਂ ਕੇਰਲਾ ਯੂਨੀਵਰਸਿਟੀ ਅਮੈਂਡਮੈਂਟ ਬਿੱਲ ਪਾਸ ਕਰ ਰਹੇ ਸੀ, ਗਵਰਨਰ ਨੇ ਬਿਆਨ ਦਿੱਤਾ ਕਿ ਜੇ ਅਸੈਂਬਲੀ ਨੇ ਬਿੱਲ ਪਾਸ ਕੀਤਾ ਤੇ ਮੈਂ ਇਹਦੇ ਤੇ ਸਹੀ ਨਹੀਂ ਪਾਵਾਂਗਾ, ਮੈਂ ਇਹਨੂੰ ਆਪਣੀ ਅਸੈਂਟ ਨਹੀਂ ਦਿਆਂਗਾ, ਜਿਹਦਾ ਮਤਲਬ ਇਹਨੂੰ ਕਾਨੂੰਨ ਨਹੀਂ ਬਣਨ ਦਿਆਂਗਾ। ਸੋ ਹੁਣ ਕਾਨੂੰਨ ਜਦੋਂ ਬਣਾਉਣਗੇ ਫਿਰ ਗਵਰਨਰ ਚਾਂਸਲਰ ਸੀਗਾ। ਅੱਛਾ, ਕੇਰਲਾ ਦੇ ਗਵਰਨਰ ਤਾਂ ਹੋਰ ਵਧੀਆ। ਆਰਿਫ ਮੁਹੰਮਦ ਖਾਨ ਨਾਲ ਦੀ ਇੱਕ ਗੱਲ ਹੈ ਵੀ ਉਹ ਭਗਵੰਤ ਮਾਨ ਵਾਂਗ ਨਹੀਂ ਹੈ, ਉਹ ਗੱਲ ਖੁੱਲ੍ਹ ਕੇ ਕਰਦੇ ਨੇ। ਬਨਵਾਰੀ ਲਾਲ ਪੁਰੋਹਿਤ ਦਾ ਮਤਲਬ ਸਕੁਅਰ ਰੂਪ ਨੇ ਉਹ ਸਾਡੇ ਹਿਜ਼ ਐਕਸੀਲੈਂਸੀ ਦਾ। ਉਹਨਾਂ ਨੇ ਕਿਹਾ ਹੈ, ਉਹ ਕਹਿੰਦੇ ਆ ਤੁਹਾਡਾ ਫਾਈਨੈਂਸ ਮਿਨਿਸਟਰ ਹੈ ਨਾ ਜਿਹੜਾ ਅੱਜ ਕੱਲ੍ਹ, ਹਾਂ ਇਹਨੂੰ ਜਰਾ ਹਟਾ ਦਿਓ ਤੁਸੀਂ, ਬਿਲਕੁਲ, ਇਹ ਹੋਰ ਕੋਈ ਲਾਓ ਜਰਾ। ਨਹੀਂ ਉਹਨੇ ਵੀ ਕਿਉਂ ਕਹਿੰਦੇ ਹੀ ਹੈਜ਼ ਲਾਸਟ ਮਾਈ ਪਲੇਅਰ। ਐਗਜ਼ੈਕਟਲੀ ਹੁਣ ਮੈਨੂੰ ਮਜ਼ਾ ਨਹੀਂ ਆਉਂਦਾ ਇਹਨੂੰ ਦੇਖ ਕੇ, ਹਟਾਓ ਇਹਨੂੰ, ਦੂਜਾ ਲਾਓ। ਅਸਲ ਇਹੀ ਚੀਜ਼ ਹੈ। ਜਦ ਆਪਾਂ ਕਹਿੰਦੇ ਆ ਦੋ ਚੀਜ਼ਾਂ ਇਹਦੇ ਵਿੱਚ ਹੈਗੀਆਂ। ਪਹਿਲੀ ਤਾਂ ਚੀਜ਼ ਹੈਗੀ ਹੈ ਸਾਡਾ ਫੈਡਰਲ ਸਟਰਕਚਰ ਕੰਪਲੀਟਲੀ ਤਹਿਸ ਨਹਿਸ ਕੀਤਾ ਜਾ ਰਿਹਾ, ਕੋਲੈਪਸ ਹੋ ਚੁੱਕਾ ਕੰਪਲੀਟਲੀ ਅਟੈਕ ਔਨ ਦਾ ਫੈਡਰਲ ਸਟਰਕਚਰ ਇਨ ਐਵਰੀ ਰਿਸਪੈਕਟ। ਜਿੰਨਾ ਵੀ ਥੋੜਾ ਬਚਿਆ ਹੋਇਆ ਸੀਗਾ, ਦੇਖੋ ਸਾਡੇ ਸੰਵਿਧਾਨਕ ਰੂਪ ਦੇ ਵਿੱਚ ਫੈਡਰਲ ਸਟਰਕਚਰ ਫੇਰ ਵੀ ਸੈਂਟਰ ਦੇ ਪ੍ਰਤੀ ਕਾਫੀ ਹੋ ਸੀਗਾ, ਪਹਿਲਾਂ ਤੋਂ ਹੀ ਸੀਗਾ ਜੀ। ਲੇਕਿਨ ਜਿਹੜੀ ਹੁਣ ਉਹਦੀ ਪ੍ਰੈਕਟੀਕਲ ਐਪਲੀਕੇਸ਼ਨ ਹੋ ਰਹੀ ਹੈ, ਖਾਸ ਤੌਰ ਪਰ ਡੀਮੋਨੇਟਾਈਜੇਸ਼ਨ ਔਰ ਜਿਹੜਾ ਤੁਹਾਡਾ ਪੈਂਡੈਮਿਕ ਨੂੰ ਲੈ ਕੇ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਐਪਲੀਕੇਸ਼ਨ ਹੋਈ ਹੈ ਜੀ, ਉਹਦੇ ਵਿੱਚ ਕੰਪਲੀਟ ਧਵਸਤ ਕਰਤਾ ਜਿਹਨੂੰ ਕਹਿੰਦੇ ਆ ਫੈਡਰਲ ਸਟਰਕਚਰ। ਇਹ ਜਿਹੜਾ ਗਵਰਨਰ ਹੈ, ਗਵਰਨਰ ਜਿਹੜਾ ਹੈਗਾ, ਇੱਕ ਗਵਰਨਰ ਕੋਲ ਅਗਰ ਯੂਨੀਵਰਸਿਟੀਆਂ ਨੂੰ ਲੈ ਕੇ ਕੁਝ ਪਾਵਰਸ ਹੈ, ਉਹ ਪਾਵਰ ਜਿਹੜੀ ਹੈਗੀਆਂ ਉਹਦੇ ਨਾਲ ਵੀ ਸਟੈਚੂਟ ਬਾਉਂਡ ਹੈ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਗਵਰਨਰ ਦਾ ਇਹ ਕਹਿਣਾ ਕਿ ਵੀ ਇਹ ਮੰਤਰੀ ਹਟਾ ਦਿਓ। ਤੁਸੀਂ ਇਹ ਦੱਸੋ ਕੈਨ ਹੀ ਡੂ ਇਟ? ਯਾਨੀ ਹੀ ਇਜ਼ ਚੈਲੰਜਿੰਗ ਉਹ ਸਾਰੇ ਸਟੇਟ ਦੇ, ਉਹ ਜਨਾਬ ਉਹ ਸਾਰੇ ਸਟੇਟ ਦੇ ਲੋਕਾਂ ਨੂੰ ਚੈਲੰਜ ਕਰ ਰਹੇ ਕਿ ਵੀ ਤੁਸੀਂ ਇਹ ਇਲੈਕਟ ਕੀਤਾ ਸੀਗਾ, ਮੈਂ ਇਹਨੂੰ ਹਟਾਉਣਾ ਚਾਹੁੰਦਾ। ਕਿਉਂਕਿ ਔਰ ਇੱਕ ਹੋਰ ਚੀਜ਼ ਹੈ, ਜੇ ਗਵਰਨਰ ਇਹ ਕਹਿੰਦਾ ਹੈ, ਜੇ ਗਵਰਨਰ ਦੀ ਪੋਸਟ ਜਿਹੜੀ ਹੈਗੀ ਹੈ ਉਹ ਹੈ ਡਿਪੈਂਡਸ ਔਨ ਦਾ ਪਲੇਜ਼ਰ ਆਫ ਦਾ ਪ੍ਰੈਜ਼ੀਡੈਂਟ। ਇੱਥੇ ਉਹ ਕਹਿੰਦਾ ਹੈ ਵੀ ਤੁਸੀਂ ਜਿੰਨੇ ਵੀ ਬੈਠੇ ਹੋ ਯੂ ਆਰ ਔਨ ਮਾਈ ਪਲੇਜ਼ਰ। ਇਹ ਜਿਹੜੀ ਚੀਜ਼ ਹੈ ਥੋੜੀ ਜੀ ਕਨਸਟੀਟਿਊਸ਼ਨਲ ਲੈਂਗੁਏਜ ਹੁੰਦੀ ਹੈ, ਪਰ ਇੱਕ ਤੁਸੀਂ ਨਾ ਲੈਟ ਅਸ ਗਿਵ ਕ੍ਰੈਡਿਟ ਵੇਅਰ ਡਿਊ। ਆਰਿਫ ਮੁਹੰਮਦ ਖਾਨ ਰਾਂ ਦੀ ਇਸ ਕੰਟਰੋਵਰਸੀ ਦੇ ਕਾਰਨ ਹੀ ਕੁਝ ਚੰਗਾ ਹੋ ਰਿਹਾ। ਪੁੰਛੀ ਕਮਿਸ਼ਨ ਨੇ ਕਿਹਾ ਸੀ ਕਿ ਗਵਰਨਰਾਂ ਤੇ ਕਿਉਂ ਪਾਰ ਪਾਉਂਦੇ ਹੋ ਯਾਰ, ਇਹਨਾਂ ਨੂੰ ਕਿਉਂ ਚਾਂਸਲਰ ਬਣਾਉਂਦੇ ਹੋ, ਹਟਾਓ ਇਹਨਾਂ ਨੂੰ ਚਾਂਸਲਰਸ਼ਿਪ। ਨਹੀਂ, ਉਹਨਾਂ ਨੇ ਇਹ ਵੀ ਕਿਹਾ ਚਾਂਸਲਰਸ਼ਿਪ ਤੋਂ ਹਟਾ ਰਹੇ ਨੇ, 14 ਬਿੱਲ ਪਾਸ ਕਰਤੇ ਨੇ ਉਹਨਾਂ ਨੇ। ਉਹਨਾਂ ਨੇ ਇਹ ਵੀ ਕਿਹਾ ਤੇ ਗਵਰਨਰ ਸ਼ੁੱਡ ਬੀ ਡਿਵਾਈਡ ਆਫ ਪੋਲਿਟਿਕਸ। ਗਵਰਨਰ ਰਾਜਨੀਤੀ ਤੋਂ ਬਿਲਕੁਲ ਅਲੱਗ ਨਿਰਲੇਪ ਰਹਿਣਾ ਚਾਹੀਦਾ ਆਣੇ ਬਾਹਰੋਂ ਚਾਹੀਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਗਵਰਨਰ ਦੂਸਰੇ ਸਟੇਟ ਦਾ ਇਹ ਵੀ ਹੈ ਵੀ ਸੀਐਮ ਨੂੰ ਪੁੱਛ ਕੇ ਲਾਇਆ ਜਾਵੇ। ਹੁਣ ਇੱਥੇ ਤਾਂ ਸੀਐਮ ਨੂੰ ਅਖਬਾਰ ਤੋਂ ਪਤਾ ਲੱਗਦਾ ਵੀ ਮੇਰੇ ਸਟੇਟ 'ਚ ਫਲਾਣਾ ਗਵਰਨਰ ਲੱਗ ਗਿਆ। ਉਹ ਜਿਹੜੀ ਚੀਜ਼ ਹੈ ਨਾ, ਉਹਦੀ ਵਜ੍ਹਾ ਕਰਕੇ ਕੀ ਹੋ ਰਿਹਾ ਹੈ ਕਿ ਸੈਂਟਰ ਵੀ ਔਰ ਸੈਂਟਰ ਦੇ ਅਪਾਇੰਟਡ ਗਵਰਨਰ ਵੀ ਉਹਦਾ ਨਾਜਾਇਜ਼ ਫਾਇਦਾ ਉਠਾਉਣ ਕਰਕੇ। ਜੀ ਮੈਂ ਜਦੋਂ ਕਨਸਟੀਟਿਊਐਂਟ ਅਸੈਂਬਲੀ ਦੇ ਡਿਬੇਟ ਦੇਖ ਰਿਹਾ ਸੀ ਜਿਸ ਵੇਲੇ ਸੰਵਿਧਾਨ ਬਣਿਆ ਕਿ ਗਵਰਨਰ ਲਾਇਆ ਹੀ ਕਿਉਂ ਜਾਵੇਗਾ, ਉਹਨਾਂ ਨੇ ਕਿਹਾ ਦੋ ਮੇਜਰ ਕਾਰਨ ਨੇ। ਇੱਕ ਤਾਂ ਨਵਾਂ ਦੇਸ਼ ਬਣਿਆ, ਹਾਲੇ ਇੰਨੇ ਕੰਪੀਟੈਂਟ ਲੈਜਿਸਲੇਟਰ ਨਹੀਂ ਹੈਗੇ, ਐਮਐਲਏਜ਼ ਨੂੰ ਅਜੇ ਕਾਨੂੰਨ ਘੜਨ ਵਾਲੇ ਬਾਰੇ ਇੰਨੀ ਸਮਝ ਨਹੀਂ ਹੈਗੀ। ਇਸ ਕਰਕੇ ਬਹੁਤ ਸਿਆਣੇ ਬੰਦੇ ਜਿਹੜੀ ਐਕਸੈਪਸ਼ਨਲ ਕੁਆਲਿਟੀ ਸਕਿੱਲਸ ਹੋਣ ਜਿਨ੍ਹਾਂ ਨੂੰ ਡਰਾਫਟਿੰਗ ਪਤਾ ਹੋਵੇ, ਲਾਅ ਬਾਰੇ ਗਿਆਨ ਹੋਵੇ, ਉਹਨਾਂ ਨੂੰ ਗਵਰਨਰ ਲਾਣਾ ਪਏਗਾ। ਔਰ ਦੂਸਰੀ ਗੱਲ ਹੈ ਦੇਸ਼ ਨਵਾਂ ਬਣਿਆ, ਇੰਨਾ ਨੇਸੈਂਟ ਜਿਹਾ ਕੰਟਰੀ ਹੈ, ਮਤਲਬ ਦੁਨੀਆ ਤੇ ਸ਼ੱਕ ਕਰ ਰਹੀ ਸੀ ਵੀ ਚੱਲੇਗਾ ਕਿ ਨਹੀਂ ਹਿੰਦੁਸਤਾਨ, ਇੰਡੀਆ ਸਟੋਰੀ ਅੱਗੇ ਕਦੋਂ ਤੱਕ ਵਧੇਗੀ ਤੇ ਟੁੱਟ ਨਾ ਜਾਵੇ। ਵਿੱਚ ਬਾੜੀ ਇੰਟਰਵੈਂਸ਼ਨ ਇੱਥੇ ਕਰ ਰਹੇ ਹਾਂ ਤੇ ਇਸ ਕਰਕੇ ਲਾਇਆ ਸੀ ਆਪਣੀ ਗੱਲ ਕਿਤੇ ਹੋਰ ਨਾ ਚੱਲ ਜਾਵੇ। ਅੰਗਰੇਜ਼ ਵੀ ਹਿੰਦੁਸਤਾਨ ਬਾਰੇ ਇਦਾਂ ਹੀ ਸੋਚਦੇ ਸੀ, ਇਹ ਰਾਜ ਨਹੀਂ ਕਰ ਸਕਦੇ, ਇਹਨਾਂ ਤੋਂ ਚੱਲਣਾ ਨਹੀਂ, ਇਹ ਸਿਵਲਾਈਜ਼ਡ ਨਹੀਂ ਹੈਗੇ, ਇਹਨਾਂ ਨੂੰ ਡੈਮੋਕ੍ਰੇਸੀ ਦੀ ਸਮਝ ਨਹੀਂ ਆਉਂਦੀ ਜੀ। ਇਸੇ ਇਨਸਿਕਿਉਰਿਟੀ ਦੇ ਵਿੱਚ ਉਹ ਰੈਜ਼ੀਡੈਂਟਸ ਹੁੰਦੇ ਸੀ ਉਹਨਾਂ ਦੇ, ਇਸੇ ਇਨਸਿਕਿਉਰਿਟੀ ਦੇ ਵਿੱਚ ਉਹਨਾਂ ਦੇ ਰੈਜ਼ੀਡੈਂਟ ਕਮਿਸ਼ਨਰ ਜਿਹੜੇ ਨੇ ਉਹ ਕੰਮ ਕਰਦੇ ਸੀ ਕਿ ਸੇਮ ਇਨਸਿਕਿਉਰਿਟੀ ਜਿਹੜੀ ਹੈਗੀ ਹੈ ਇਹ ਬਰਕਰਾਰ ਸੀ। ਲੇਕਿਨ ਚਲੋ ਉਦੋਂ ਸੀ ਨਵਾਂ ਵਾਕਈ ਇੱਕ ਵੱਡਾ ਪ੍ਰੋਜੈਕਟ ਉਹ ਆਪਣੇ ਹੱਥ 'ਚ ਲੈ ਰਹੇ ਸੀ, ਪਰ ਇਹ ਹੁਣ ਤੱਕ ਕਿਉਂ ਹੈ ਇਹ ਕੁਐਸਚਨ ਮੈਨੂੰ ਲੱਗਦਾ ਬਿਲਕੁਲ ਠੀਕ। ਲੈਟ ਮੀ ਫਿਲ ਅਪ ਦਿਸ ਗੈਪ, ਜਿਹੜਾ ਵਿਚਕਾਰਲਾ ਗੈਪ ਹੈ। ਹੋਇਆ ਕੀ ਹੈ, ਦੇਸ਼ ਸਾਡਾ ਕਿਸੇ ਰੈਵੋਲੂਸ਼ਨ ਦੇ ਵਜੋਂ ਤਾਂ ਆਜ਼ਾਦ ਹੋਇਆ ਨਹੀਂ, ਇਨਕਲਾਬ ਵਜੋਂ ਤਾਂ ਆਜ਼ਾਦ ਹੋਇਆ ਨਹੀਂ। ਆਹਿਸਤਾ ਕਰਕੇ ਜਿਹੜੀ ਨੈਸ਼ਨਲਿਸਟ ਮੂਵਮੈਂਟ ਸੀ ਉਹਨੇ ਥੋੜੀਆਂ ਪਾਵਰਾਂ ਲੈਣੀਆਂ ਸ਼ੁਰੂ ਕੀਤੀਆਂ ਤੇ ਕਾਂਗਰਸ ਦੀਆਂ 6 ਰਾਜਾਂ 'ਚ ਸਰਕਾਰਾਂ ਬਣ ਗਈਆਂ। ਜਦੋਂ ਗਵਰਨਮੈਂਟ ਆਫ ਇੰਡੀਆ ਐਕਟ 1935 ਬਣਦਾ, 37 ਜਾ ਕੇ ਐਕਟ ਲਾਗੂ ਹੁੰਦਾ।
ਉਹਦੇ ਵਿੱਚ ਅੰਗਰੇਜ਼ਾਂ ਨੂੰ ਇਹ ਲੱਗਾ ਵੀ ਸਰਕਾਰਾਂ ਇਹਨਾਂ ਦੀਆਂ ਬਣ ਗਈਆਂ, ਸਾਡੀ ਕਿੱਦਾਂ ਚੱਲੇਗੀ ਸਰਕਾਰ, ਇੱਥੇ ਸਾਡੀ ਮਰਜ਼ੀ ਕਿਵੇਂ ਚੱਲੇਗੀ। ਉਹਨਾਂ ਨੇ ਫਿਰ ਇੱਕ ਗਵਰਨਰ ਵਾਲਾ ਸਿਸਟਮ ਲਿਆਂਦਾ। ਜਿਸ ਵੇਲੇ 47 ਤੋਂ ਬਾਅਦ ਜਦੋਂ ਸੰਵਿਧਾਨ ਘੜਨੀ ਸਭਾ ਹੈ, ਜੇ ਤੁਸੀਂ ਇਹਦੀ ਲੈਂਗੁਏਜ ਦੇਖੋ ਗਵਰਨਰ ਵਾਲੀ 153 54 55 ਜਿਹਦੇ ਥੱਲੇ ਇਹ ਲਗਾਉਂਦੇ ਨੇ, ਇਹ ਡਿਟੋ ਵਰਬੈਟਿਮ ਸੇਮ ਲੈਂਗੁਏਜ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਆਈ ਹੋਈ ਹੈ। ਤੇ ਕਿਉਂਕਿ ਡਰ ਵੀ ਬੜਾ ਸੀਗਾ, ਇੱਕ ਤੇ ਦੇਸ਼ ਨੂੰ ਫੈਡਰਲ ਬਣਾਉਣਾ, ਇੱਕ ਹਾਏ ਸਾਡਾ ਦੇਸ਼ ਟੁੱਟ ਨਾ ਜਾਵੇ, ਹੈ ਨਾ। ਸਗੋਂ ਦੂਜੀ ਤੇ ਡੈਮੋਕ੍ਰੇਸੀ ਲੈਣੀ ਹੈ, ਪਪੂਲਰ ਡੈਮੋਕ੍ਰੇਸੀ ਨਾ ਹੋ ਜਾਵੇ ਕਿ ਆਪੋ ਆਪਣੇ ਰਾਹ ਤੁਰ ਪੈਣ। ਠੀਕ ਉਸੇ ਦੌਰਾਨ ਗਵਰਨਰ ਲਾਣੇ ਸੀ, ਤੇ ਗਵਰਨਰ ਉਹ ਕੰਮ ਕਰ ਰਹੇ ਨੇ ਜਿਸ ਕੰਮ ਲਈ ਲਾਏ ਗਏ ਸੀ। ਜੀ 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 ਬਿਲਕੁਲ ਠੀਕ। ਉਸ ਦੌਰਾਨ ਆਪਾਂ ਸਮਝੀਏ ਨਾ, ਜਦੋਂ ਫੈਡਰਲ ਸਟਰਕਚਰ ਦੀ ਬਹਿਸ ਪਾਰਲੀਮੈਂਟ 'ਚ ਚੱਲ ਰਹੀ ਹੈ, ਉਸੇ ਦੌਰਾਨ ਇਹ ਵੀ ਚੱਲ ਰਿਹਾ ਕਿ ਜੰਮੂ ਕਸ਼ਮੀਰ ਨੂੰ ਕਿਵੇਂ ਨਾਲ ਰਲਾਣਾ, ਉਸੇ ਦੌਰਾਨ ਹੈਦਰਾਬਾਦ ਨੂੰ ਕਿਵੇਂ ਨਾਲ ਰਲਾਣਾ। ਇਹ ਸਾਰੀ ਬਹਿਸ ਵੀ ਇਹ ਸਾਰਾ ਪ੍ਰਕਰਣ ਗਰਾਊਂਡ ਦੇ ਉੱਤੇ, ਜ਼ਮੀਨ ਦੇ ਉੱਤੇ ਆਰਮੀ ਭੇਜਣਾ, ਫੋਰਸਿਸ ਭੇਜਣਾ ਉੱਥੇ, ਇਹ ਸਾਰਾ ਪ੍ਰਕਰਣ ਵੀ ਨਾਲ ਨਾਲ ਚੱਲ ਰਿਹਾ ਹੈ। ਸੋ ਉਹਦੀ ਪਰਛਾਵੇਂ ਦੇ ਵਿੱਚ ਬਣਿਆ ਹੋਇਆ ਇਹ ਦੋ ਯੂਟੀਜ਼ ਬਣੀ ਨਹੀਂ ਸੀ ਸਕਦੀਆਂ ਜੇ, ਕਿਉਂਕਿ ਨਵੰਬਰ 2018 ਦੀ ਗੱਲ ਹੈ, ਸਰਕਾਰ ਆਲਮੋਸਟ ਬਣ ਚੱਲੀ ਸੀ ਦੁਬਾਰਾ, ਸਸਪੈਂਡਡ ਐਨੀਮੇਸ਼ਨ 'ਚ ਪਈ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਸਰਕਾਰ ਬਣਨ ਲੱਗੀ ਹੈ, ਇਹਨਾਂ ਨੇ ਫਟਾਫਟ ਡਿਸੋਲਵ ਕੀਤਾ, ਗਵਰਨਰ ਰਾਜ ਲੱਗਿਆ ਤੇ ਲੇਟਰ ਉਹਦੇ ਜੋ ਧਾਰਾ 370 ਦੇ ਦੋ ਬਣ ਗਏ। ਐਸਪੀ ਸਿੰਘ ਜੀ ਗੱਲ ਹੈਗੀ ਹੈ, ਗਵਰਨਰ ਤਾਂ ਚਲੋ ਫੇਰ ਛੱਡੋ, ਇੱਕ ਜਿਹੜੀ ਨਵਾਂ ਹੋਰ ਚੀਜ਼ ਹੈ ਲੈਫਟੀਨੈਂਟ ਗਵਰਨਰ। ਹਾਂ ਇਹ ਤਾਂ ਜਿਹੜਾ ਲੈਫਟੀਨੈਂਟ ਗਵਰਨਰ ਹੈ, ਤੁਸੀਂ ਦੇਖੋ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਨੂੰ ਸੈਂਟਰ ਗਵਰਨਮੈਂਟ ਕਹਿੰਦੀ ਹੈ ਇਹੀ ਸਰਕਾਰ ਹੈ। ਹਾਂ, ਦਿੱਲੀ ਵਾਲਾ ਤਾਂ 91 ਚ ਆਇਆ, ਤੁਸੀਂ ਜਿਹੜੇ ਦਿੱਲੀ ਵਾਲਿਆਂ ਨੇ ਇਲੈਕਟ ਕੀਤੇ ਉਹ ਸਰਕਾਰ ਨਹੀਂ ਹੈ। ਇਸੇ ਤਰੀਕੇ ਨਾਲ ਜੰਮੂ ਕਸ਼ਮੀਰ ਦੀ ਗੱਲ ਕੀਤੀ ਕਿ ਜੰਮੂ ਕਸ਼ਮੀਰ ਦਾ ਗਵਰਨਰ ਆਲਮੋਸਟ ਤਾਨਾਸ਼ਾਹ ਹੈ, ਕਿਉਂਕਿ ਉਹ ਮਤਲਬ ਮੋਨਾਰਕ ਦੀ ਤਰ੍ਹਾਂ ਕੰਮ ਕਰਦਾ ਹੈ। ਕਿਉਂਕਿ ਜਿਹੜੀਆਂ ਪੋਲੀਟੀਕਲ ਪਾਵਰਸ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ, ਪੋਲੀਟੀਕਲ ਜਿਹੜਾ ਉੱਥੇ ਦੀ ਐਸਪੀਰੇਸ਼ਨਸ ਹੈ, ਉਹਨੂੰ ਕਿਤੇ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਮਿਲ ਰਹੀ। ਇਸੇ ਕਰਕੇ ਆਪਾਂ ਦੇਖਦੇ ਹਾਂ ਜਿਹੜਾ ਗਵਰਨਰ ਹੈ ਨਾ, ਜੇ ਗਵਰਨਰ ਨਹੀਂ ਹੈ ਤਾਂ ਕੀ, ਇਹ ਵੀ ਇੱਕ ਕੁਐਸਚਨ ਐਡਰੈਸ ਕਰਨਾ ਚਾਹੀਦਾ। ਦੇਖੋ ਦੋ ਚੀਜ਼ਾਂ ਇਹਦੇ ਵਿੱਚ ਹੈਗੀਆਂ ਇੰਪੋਰਟੈਂਟ। ਪਹਿਲੀ ਚੀਜ਼ ਹੈਗੀ ਹੈ, ਜਿਸ ਵੇਲੇ ਗਵਰਨਰ ਦੀ ਅਪਾਇੰਟਮੈਂਟ ਅਸੀਂ ਸ਼ੁਰੂ ਕੀਤੀ, ਉਸ ਵੇਲੇ ਬੇਸ਼ੱਕ ਜੋ ਉੱਥੇ ਦੀਆਂ ਕੰਡੀਸ਼ਨ ਸੀਗੀਆਂ ਉਹਦੇ ਮੁਤਾਬਕ ਅਸੀਂ ਕੀਤਾ, ਲੇਕਿਨ ਅੱਜ ਇੱਕ ਕਨਸਟੀਟਿਊਸ਼ਨਲ ਬੈਂਚ ਬੈਠਣਾ ਚਾਹੀਦਾ ਜਿਹੜਾ ਕਿ ਸੰਵਿਧਾਨ ਪੀਠ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀ ਕਿ ਦੋ ਚੀਜ਼ਾਂ ਫੈਸਲਾ ਕਰੇ। ਨੰਬਰ 1 ਕਿ ਕੰਡਕਟ ਗਵਰਨਰ ਦਾ ਜਿਹੜਾ ਹੈਗਾ ਉਹਦੇ ਵਾਸਤੇ ਕੋਈ ਕੋਡ ਹੋਣਾ ਚਾਹੀਦਾ, ਨੰਬਰ 1। ਨੰਬਰ 2 ਅਪਾਇੰਟਮੈਂਟ ਦਾ ਜਿਹੜਾ ਜਿਹੜੀਆਂ ਪਹਿਲੀਆਂ ਜਜਮੈਂਟਸ ਨੇ, ਚਾਹੇ ਕਸ਼ਮੀਰ ਸਿੰਘ ਵਾਲੀ ਹੈ 74 ਵਾਲੀ, ਜਾਂ ਜਿਹੜਾ ਰਮੇਸ਼ਵਰ ਪ੍ਰਸਾਦ ਵਾਲੀ ਜਿਹੜੀ ਜਜਮੈਂਟ ਹੈ, ਉਸ ਤੋਂ ਬਿਯੋਂਡ ਹੋਣ ਜਾਣ ਦੀ ਲੋੜ ਹੈ, ਕਿਉਂਕਿ ਉਹ ਜਜਮੈਂਟਸ ਨਾ ਬੇਸਿਕਲੀ ਰਿਵਾਈਜ਼ ਹੋਇਆ, ਧੱਕ ਦਿੱਤੀਆਂ ਗਈਆਂ ਨੇ ਇੱਕ ਪਾਸੇ ਨੂੰ। ਉਹ ਜਜਮੈਂਟਾਂ ਕਾਫੀ ਜ਼ਿਆਦਾ ਨਿਊਟਰਲਾਈਜ਼ ਕਰਤੀਆਂ ਸਰਕਾਰਾਂ ਨੇ, ਲੇਕਿਨ ਹੁਣ ਉਹਦੇ ਉੱਪਰ ਇੱਕ ਸਪੈਸ਼ਲ ਫੈਸਲਾ ਹੋਣਾ ਚਾਹੀਦਾ। ਇਹਦੇ ਵਾਸਤੇ ਇੱਕ ਖੰਡਪੀਠ ਬਣਨੀ ਚਾਹੀਦੀ ਹੈ। ਇਹ ਪ੍ਰੋਬਲਮ ਇਹ ਹੈ ਵੀ ਇਹ ਕਾਂਗਰਸ ਨੇ ਆਪਣੇ ਰਾਜ ਵੇਲੇ ਕੋਈ ਘੱਟ ਨਹੀਂ ਵਰਤਿਆ। ਮੈਂ ਇੰਸਟੈਂਸਿਸ ਦੇਖ ਰਿਹਾ ਸੀਗਾ, 1971 ਤੋਂ 1990 ਤੱਕ 63 ਸਰਕਾਰਾਂ ਡਿਸਮਿਸ ਕੀਤੀਆਂ ਨੇ ਗਵਰਨਰਸ ਦੇ ਥਰੂ। ਇਹ ਪੰਜਾਬ ਨੇ ਤਾਂ ਜਿਹੜੀਆਂ ਝਲੀਆਂ ਨੇ, ਮਤਲਬ ਪੰਜਾਬ ਨੇ ਤਾਂ ਸਭ ਤੋਂ ਵੱਧ ਅਨਪ੍ਰੈਸੀਡੈਂਟਡ ਨਾ, ਕਿਸੇ ਸਰਕਾਰ ਨੂੰ ਅਸੀਂ 5 ਸਾਲ ਪੂਰੇ ਨਹੀਂ ਕਰਨ ਦੇਣੇ। ਅਕਾਲੀ ਦਲ ਦੀ ਸਰਕਾਰ ਆ ਗਈ ਤੇ ਅਸੀਂ ਡੇਗਨੀ ਹੈ ਜੋ ਕੰਮ 94 ਤੱਕ 1947 ਤੋਂ 94 ਤੱਕ 100 ਟਾਈਮਸ 100 ਸਰਕਾਰਾਂ ਗਿਰੀਆਂ ਨੇ, ਔਰ ਲਾਈਨਾਂ ਲੱਗੀਆਂ ਪਈਆਂ ਆਪਣੇ ਵਰਿੰਦਰ ਸਿੰਘ ਹਰਿਆਣੇ ਵਾਲੀ, ਵਰਿੰਦਰ ਪਾਟਿਲ ਵਾਲੀ, ਕਰੁਣਾਨੀਧੀ, ਹਰੀਸ਼ ਸ਼ੇਖਾਵਤ ਹੋਰਾਂ ਵਾਲੀ, ਜਨਤਾ ਪਾਰਟੀ ਵਾਲੇ ਤਾਂ ਯੂਪੀ, ਗੁਜਰਾਤ, ਮੈਨੂੰ ਲੱਗਦਾ ਬਿਹਾਰ ਇਕੱਠੀਆਂ ਜਾਂਦੀਆਂ, 80 ਤੇ 84 ਤੱਕ ਇਕੱਠੀਆਂ ਗਈਆਂ। ਜਜਮੈਂਟ ਆਈ ਨਾ, ਉਸ ਤੋਂ ਬਾਅਦ ਕਾਫੀ ਠੱਲ ਪਈ ਜੀ, ਲੇਕਿਨ ਉਸ ਤੋਂ ਪਹਿਲਾਂ ਬਹੁਤ ਹੀ ਬ੍ਰੇਜ਼ਨਲੀ ਸਰਕਾਰਾਂ ਘੇਰੀਆਂ ਗਈਆਂ। ਆਪਾਂ ਜੰਮੂ ਕਸ਼ਮੀਰ ਦੀ ਐਗਜ਼ਾਮਪਲ ਲੈ ਲਓ, ਫਾਰੂਕ ਅਬਦੁੱਲਾ ਦੀ ਸਰਕਾਰ ਘੇਰੀ ਗਈ, ਪੰਜਾਬ ਦੇ ਵਿੱਚ ਸਰਕਾਰਾਂ ਘੇਰੀਆਂ ਗਈਆਂ, ਲੇਕਿਨ ਉਸ ਤੋਂ ਬਾਅਦ ਘੱਟੋ ਘੱਟ ਇੰਨਾ ਹੈਗਾ ਵੀ ਸਰਕਾਰ ਜਿਹੜੀ ਹੈਗੀ ਆ, ਜੇ ਤੁਸੀਂ ਚੇਂਜ ਵੀ ਕਰਨੀ ਹੈ ਤਾਂ ਉਹਦੀ ਮੈਜੋਰਿਟੀ ਜਿਹੜੀ ਹੈ ਫਲੋਰ ਆਫ ਦਾ ਹਾਊਸ ਤੇ ਹੋਊਗੀ, ਗਵਰਨਰ ਹਾਊਸ 'ਚ ਨਹੀਂ ਹੋਊਗੀ। ਇੱਕ ਗੱਲ। ਦੂਸਰੀ ਲੇਕਿਨ ਮੈਨੂੰ ਲੱਗਦਾ ਮੈਂ ਸਿਰਫ ਜੀ ਤੁਸੀਂ ਗੱਲ ਕਰ ਲਓ ਪਹਿਲਾਂ। ਉਹਦੇ ਨਾਲ ਇੱਕ ਹੋਰ ਵੀ ਚੀਜ਼ ਗੱਲ ਹੈ ਕਿ ਜਿਹੜੀ ਕੇਂਦਰ ਹੈਗੀ ਹੈ ਨਾ, ਸੈਂਟਰਲ ਗਵਰਨਮੈਂਟ ਜਾਂ ਜਿਹੜੀ ਐਗਜ਼ੈਕਟਿਵ ਪਾਵਰਸ ਹੈ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਜਿਹਦੇ ਨਾਲ ਕੇਂਦਰ ਸਟੇਟ ਗਵਰਨਮੈਂਟ ਜਿਹੜੇ ਹੈਗੇ ਆ, ਉਹਨਾਂ ਨੂੰ ਤਾਂ ਮਿਊਨਿਸਪੈਲਿਟੀਆਂ ਸਮਝਣ ਲੱਗ ਗਏ ਆ, ਕਿਉਂਕਿ ਉਹਨਾਂ ਕੋਲ ਪਾਵਰਾਂ ਛੱਡੀ ਕੋਈ ਨਹੀਂ। ਜੇ ਹੈਗੀਆਂ ਵੀ ਉਹ ਕਿਸੇ ਨਾ ਕਿਸੇ ਸੈਂਟਰ ਦੇ ਐਕਟ ਦੇ ਮੁਤਾਬਕ ਜਾਂ ਆਪਣੇ ਕੋਲ ਲੈ ਲੈਂਦੇ ਆ ਜਾਂ ਉਹਨੂੰ ਚੈਲੰਜ ਕਰਦੇ ਆ। ਸੁਪਰੀਮ ਕੋਰਟ ਬੋਲਦੀ ਹੈ, ਉਹਨਾਂ ਨੇ ਬੁਮਈ ਜਜਮੈਂਟ ਦੇਤੀ। ਬੁਮਈ ਜਜਮੈਂਟ ਲਾਰਜਲੀ ਕੀ ਸੀਗੀ ਕਿ ਭਾਈ ਐਮਐਲਏ ਇੱਧਰ ਉੱਧਰ ਨਹੀਂ ਗਿਣਨੇ, ਔਨ ਦਾ ਫਲੋਰ ਆਫ ਦਾ ਅਸੈਂਬਲੀ, ਵਿਧਾਨ ਸਭਾ ਦੇ ਅੰਦਰ ਮੈਜੋਰਿਟੀ ਦਾ ਟੈਸਟ ਹੋਏਗਾ। ਸੋ ਉਸ ਤੋਂ ਬਾਅਦ ਕੀ ਹੋਇਆ, ਆ ਕਰਨਾਟਕ 2018 ਵਾਲਾ ਦੇਖੋ, ਗਵਰਨਰ ਸਾਹਿਬ ਦਾ ਉੱਥੇ ਹੰਗ ਅਸੈਂਬਲੀ ਸੀਗੀ, ਕਾਂਗਰਸ ਤੇ ਜਨਤਾ ਦਲ ਸੈਕੂਲਰ ਦਾ ਆਪਸ ਵਿੱਚ ਅਲਾਈਅੰਸ ਹੋ ਗਿਆ ਤੇ ਕਲੀਅਰ ਮੈਜੋਰਿਟੀ ਸੀ, ਪਰ ਗਵਰਨਰ ਸਾਹਿਬ ਨੇ ਭਾਜਪਾ ਨੂੰ ਬੁਲਾ ਲਿਆ। ਹੁਣ ਕੀ ਨਹੀਂ ਮਹਾਰਾਸ਼ਟਰ ਚ ਨਹੀਂ, ਉਹ ਜਿਹੜੇ ਭਾਜਪਾ ਦੇ ਬਹੁਤ ਇਮਾਨਦਾਰ ਨੇਤਾ ਨੇ, ਇਮਾਨਦਾਰੀ ਲਈ ਬਹੁਤ ਮਸ਼ਹੂਰ ਨੇ ਕਰਨਾਟਕ ਦੇ, ਯੇਦੂਰੱਪਾ ਜੀ ਹੈ ਨਾ, ਉਹਨਾਂ ਨੂੰ ਬੁਲਾਇਆ। ਯੇਦੂਰੱਪਾ ਜੀ ਕਹਿੰਦੇ ਵੀ ਮੈਨੂੰ 7 ਦਿਨ ਦੇ ਦਿਓ, ਮੈਂ ਆਪਣੀ ਮੈਜੋਰਿਟੀ ਪ੍ਰੂਵ ਕਰ ਦਿਆਂਗਾ। ਉਹ ਜਿਹੜੇ ਢੰਗ ਤਰੀਕੇ ਨਾਲ 7 ਦਿਨਾਂ 'ਚ ਮੈਜੋਰਿਟੀ ਬਣਾ ਲੈਂਦੇ ਨੇ, ਗਵਰਨਰ ਸਾਹਿਬ ਨੂੰ ਲੱਗਾ 7 ਦਿਨਾਂ 'ਚ ਹੋਣੀ ਨਹੀਂ ਇਹਦੇ ਤੋਂ,
ਉਹਨੇ ਰਾਤ ਨੂੰ 9 ਵਜੇ ਇਨਵਾਈਟ ਕੀਤਾ, ਸਵੇਰੇ 9:30 ਵਜੇ ਸਹੁੰ ਚੁਕਾਤੀ ਤੇ ਕਹਿੰਦੇ ਨਹੀਂ ਇਹ 7 ਦਿਨ ਨਹੀਂ 15 ਦਿਨਾਂ 'ਚ ਪ੍ਰੂਵ ਕਰੋ ਜੀ ਤੁਸੀਂ। ਤੁਸੀਂ ਦੇਖੋ ਨਾ ਜਾ ਕੇ, ਫਿਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਸਿੱਧਿਆਂ ਕੀਤਾ ਤੇ ਫਿਰ ਕਿਹਾ ਵੀ 3 ਦਿਨਾਂ ਦੇ ਵਿੱਚ ਤੇ 3 ਦਿਨਾਂ 'ਚ ਤੇ ਹੋਣੀ ਤੇ ਹੈ ਨਹੀਂ ਸੀ। ਦੇਖੋ ਘੋੜਿਆਂ ਦੀ ਮੰਡੀ ਵਗੈਰਾ 'ਚ ਥੋੜਾ ਟਾਈਮ ਲੱਗਦਾ ਖਰੀਦੋ ਫਰੋਖਤ ਦੇ ਉੱਤੇ, ਉਹ ਹੋ ਨਹੀਂ ਪਾਇਆ। ਜਿਹੜੀ ਇਹ ਬੰਬਈ ਜਜਮੈਂਟ ਉਹ ਮਹਾਰਾਸ਼ਟਰ ਵੇਲੇ ਕੀ ਸੀਗਾ, ਉਹ ਰਾਤ ਨੂੰ ਉਹਨੂੰ ਬੁਲਾ ਕੇ ਰਾਤੋਂ ਰਾਤ ਉਹਨੂੰ ਸ਼ਰਦ ਪਵਾਰ ਦੇ ਭਤੀਜੇ ਨੂੰ, ਇਹ ਚੰਗਾ ਲੱਗਦਾ ਜੀ ਸਵੇਰੇ 4:30 ਵਜੇ ਤੁਸੀਂ ਉਹਨੂੰ 8 ਵਜੇ ਚੁਕਾ ਦਿੰਦੇ ਔਰ ਤੜਕੇ ਸੌਂ ਚੁਕਾਣੀ ਮੁੱਖ ਮੰਤਰੀ ਦੀ। ਉਹਦੇ ਪਰ ਜਿੰਨੇ ਕੇਸ ਥੇ ਸਾਰੇ ਵਿਦਿਨ 1 ਡੇ ਖਤਮ ਹੋ ਗਏ, ਇੱਕ ਦਿਨ ਖਤਮ 60 ਘੰਟਿਆਂ ਦੀ ਸਰਕਾਰ ਸਾਰਾ ਕੇਸ ਉਹ ਖਤਮ ਕਰਵਾ ਕੇ ਮੈਨੂੰ ਲੱਗਦਾ ਕਿਉਂਕਿ ਆਪਾਂ ਫਿਨੋਮੀਨਾ ਦੇ ਉੱਤੇ ਵੀ ਚਰਚਾ ਕਰ ਰਹੇ ਹਾਂ ਬਾਰ-ਬਾਰ ਕਿ ਇਹ ਫਿਨੋਮੀਨਾ ਚੱਲ ਕੀ ਰਿਹਾ ਹੈ। ਜ਼ਿਆਦਾ ਨਹੀਂ ਇੰਸਟੈਂਸਸ ਬਹੁਤ ਜ਼ਿਆਦਾ ਨੇ ਕਿ ਮੈਂ ਫਾਈਨਲ ਉਸ ਸਵਾਲ ਤੇ ਆਣਾ ਚਾਹੁੰਦਾ ਤੁਹਾਡੇ ਜਵਾਬ ਤੋਂ ਬਾਅਦ ਵੀ ਇਹ ਕੰਬਖਤ ਚਾਹੀਦਾ ਕਿਉਂ ਹੈ ਗਵਰਨਰ। ਬਟ ਮੈਨੂੰ ਲੱਗਦਾ ਕਿ ਇਹ ਜਿਹੜਾ ਫਿਨੋਮੀਨਾ ਵਰਤਾਰਾ ਹੈ ਇਹ ਪੂਰਾ ਉਹ ਇੱਥੇ ਪਹੁੰਚ ਗਿਆ ਕਿ ਹੁਣ ਕੇਂਦਰ ਸਰਕਾਰ ਦਾ ਨੈਰੇਟਿਵ ਜਿਹੜਾ ਮੁੱਖ ਤੌਰ ਤੇ ਉਹ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਚੋਣ ਆਪਣੇ ਆਪ ਦੇ ਵਿੱਚ ਚੋਣਾਂ ਜਿਹਨੂੰ ਇਲੈਕਸ਼ਨ ਕਹਿੰਦੇ ਆਪਾਂ, ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮ ਨੇ। ਜਦੋਂ ਉਹ ਇਹ ਕਹਿੰਦੇ ਨੇ ਕਿ ਅਸੀਂ ਸੈਂਟਰ ਦੀਆਂ ਤੇ ਸਟੇਟਾਂ ਦੀਆਂ ਚੋਣਾਂ ਇਕੱਠੀਆਂ ਕਰਾਣੀਆਂ ਨੇ, ਵਨ ਨੇਸ਼ਨ ਵਨ ਇਲੈਕਸ਼ਨ, ਇਹ ਜਦੋਂ ਆਈਡੀਆ ਚੱਲ ਰਿਹਾ ਹੋਵੇ, ਇਹ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਚੱਲ ਰਿਹਾ ਹੈ ਨਾ ਬਾਰ-ਬਾਰ, ਇਹ ਬਹੁਤ ਡੈਲੀਬਰੇਟ ਤਰੀਕੇ ਨਾਲ ਕਿਤੇ ਪਲਾਨਡ ਵੇ ਦੇ ਵਿੱਚ ਚੱਲਦਾ ਹੈ ਕਿ ਜਗ੍ਹਾ ਜਿੱਥੇ ਵੀ ਪੋਸੀਬਿਲਿਟੀ ਹੋਵੇ ਕੇਂਦਰ ਸਰਕਾਰ ਵਾਇਆ ਗਵਰਨਰ ਸਟੇਟ ਗਵਰਨਮੈਂਟ ਦੇ ਨਾਲ ਇੱਟ ਖੜਕੇ ਤੇ ਆ ਰਹੀ ਹੈ। ਪਾਕਿਸਤਾਨ ਦੀ ਐਗਜ਼ਾਮਪਲ ਦੇਣ ਤੇ ਇਹ ਇੱਕ ਆਧਾਰ ਤਿਆਰ ਕੀਤਾ ਜਾ ਰਿਹਾ। ਪਾਕਿਸਤਾਨ 'ਚ ਅੱਜ ਤੱਕ ਸਾਰੀਆਂ ਇਲੈਕਸ਼ਨਾਂ ਵਨ ਨੇਸ਼ਨ ਵਨ ਇਲੈਕਸ਼ਨ ਹੀ ਹੋ ਰਹੀਆਂ ਸੀਗੀਆਂ। ਇਹ ਹੁਣ ਜਾ ਕੇ ਇਮਕਾਨਾਤ ਆ ਰਹੇ ਨੇ ਕਿਉਂਕਿ ਇਮਰਾਨ ਖਾਨ ਕਹਿ ਰਿਹਾ ਕਿ ਮੈਂ ਖੈਬਰ ਪਖਤੂਨਖਵਾ ਤੇ ਪੰਜਾਬ ਲਈ ਡਿਸੋਲਵ ਕਰਨ ਲੱਗਾ, ਪਹਿਲੀ ਵਾਰੀ ਉੱਥੇ ਅਲੱਗ ਹੋ ਜਾਣਗੀਆਂ। ਐਗਜ਼ੈਕਟਲੀ ਇਸੇ ਨਹੀਂ ਇਹੀ ਸਾਡੇ ਵਾਸਤੇ ਇੱਕ ਟੈਸਟ ਕੇਸ ਵੀ ਹੋਣਾ ਚਾਹੀਦਾ ਹੈ ਨਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਹੈਗੀ ਉਹ ਦਿਖਦੀ ਕਿਹੋ ਜੀ ਹੈ, ਉਹ ਪਾਕਿਸਤਾਨ ਵਰਗੀ ਦਿਖਦੀ ਹੈ। ਸੋ ਇਹ ਵਨ ਨੇਸ਼ਨ ਵਨ ਇਲੈਕਸ਼ਨ ਹਿੰਦੁਸਤਾਨ ਦੇ ਵਿੱਚ ਯਾਨੀ ਹਿੰਦੁਸਤਾਨ ਨੂੰ ਇੱਕ ਹਿੰਦੂ ਪਾਕਿਸਤਾਨ ਬਣਾਉਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈ, ਇਹ ਉਸ ਕੋਸ਼ਿਸ਼ ਦੇ ਵਿੱਚ ਅਗਲਾ ਸਟੈਪ ਹੈ ਕਿ ਲਗਾਤਾਰ ਗਵਰਨਰਾਂ ਦੇ ਟਕਰਾਅ ਪੈਦਾ ਕਰੋ ਸਟੇਟਾਂ ਦੇ ਨਾਲ, ਉਸ ਤੋਂ ਬਾਅਦ ਇੱਕ ਬਿਆਨੀਆ ਉਭਾਰੋ ਕਿ ਇਹ ਸਾਰਾ ਕੁਝ ਸਟ੍ਰੀਮਲਾਈਨ ਤਾਂ ਹੋ ਸਕਦਾ ਹੈ, ਸਮੂਥਲੀ ਤਾਂ ਚੱਲ ਸਕਦਾ ਹੈ ਜੇ ਸਟੇਟਾਂ ਦੀਆਂ ਸਰਕਾਰਾਂ ਤੇ ਸੈਂਟਰ ਦੀ ਸਰਕਾਰ ਇਕੱਠਿਆਂ ਚੁਣੀ ਜਾਵੇ ਤੇ ਇੱਕੋ ਪਾਰਟੀ ਦੀ। ਵਨ ਕੁਇਕ ਕੁਐਸਚਨ ਵਿਦ 20 ਸੈਕਿੰਡ ਆਨਸਰ, ਇਹ ਦੱਸੋ ਵੀ ਫਲਾ ਲਾਈਜ਼ ਵਿਦ ਇੰਡੀਵਿਜੂਅਲਸ, ਵੀ ਲੋਕ ਜਿਹੜੇ ਉੱਥੇ ਲਾਏ ਜਾਂਦੇ ਨੇ ਉਹ ਦਿਆਨਤਦਾਰ ਲੋਕ ਨਹੀਂ, ਇਹ ਪ੍ਰੋਬਲਮ ਹੈ ਕਿ ਕਨਸਟੀਟਿਊਸ਼ਨ ਦੇ ਵਿੱਚ ਫਲਾ ਹੈ। ਦੇਖੋ ਜੀ ਗੱਲ ਇਹ ਹੈ ਵੀ ਸੰਵਿਧਾਨ ਦੇ ਵਿੱਚ ਪ੍ਰੋਬਲਮ ਹੈ। ਮੈਂ ਦੱਸਦਾ ਕਿ ਜਿੰਨੇ ਵੀ ਗਵਰਨਰ ਲਾਏ ਜਾਂਦੇ ਆ ਉਹ ਇੱਕ ਪਰਪਸ ਵਾਸਤੇ ਲਾਏ ਜਾਂਦੇ ਆ। ਕਿਹੜਾ ਗਵਰਨਰ ਕਿੱਥੇ ਅਪਾਇੰਟ ਹੋਣਾ ਚਾਹੀਦਾ ਹੈ, ਉਹਨੂੰ ਕੀ ਟਾਸਕ ਦੇਣਾ ਹੈ, ਉਹ ਉੱਥੇ ਸਰਕਾਰ ਕਿਹਦੀ ਹੈ, ਆਪੋਜੀਸ਼ਨ ਦੀ ਹੈ ਜਾਂ ਰੂਲਿੰਗ ਪਾਰਟੀ ਦੀ ਸਰਕਾਰ ਹੈ, ਮਿਲ ਜੁਲ ਕੇ ਚੱਲਣਾ ਹੈ ਕਿ ਰੋਜ਼ ਕੁਝ ਨਾ ਕੁਝ ਪੇਚਾ ਪਾਈ ਰੱਖਣਾ। ਇਹ ਪੋਲੀਟੀਕਲ ਅਰੇਂਜਮੈਂਟ ਥਰੂ ਚੱਲਣਾ ਹੈ ਜਾਂ ਐਡਮਿਨਿਸਟ੍ਰੇਟਿਵ ਜਾਂ ਕਨਸਟੀਟਿਊਸ਼ਨਲ ਅਰੇਂਜਮੈਂਟ ਦੇ ਥਰੂ ਸਰਕਾਰ ਚੱਲਣੀ ਹੈ। ਇਹ ਉੱਪਰੋਂ ਡਾਇਰੈਕਸ਼ਨ ਹੁੰਦੀ ਹੈ, ਉਹ ਡਾਇਰੈਕਸ਼ਨ ਹੋਮ ਮਿਨਿਸਟਰੀ ਤੋਂ ਹੁੰਦੀ ਹੈ। ਵਰਚੁਅਲੀ ਗਵਰਨਰ ਇਜ਼ ਅੰਡਰ ਦਾ ਹੋਮ ਮਿਨਿਸਟਰ, ਨਾਟ ਜਿਹੜਾ ਰਾਸ਼ਟਰਪਤੀ ਦਾ ਤਾਂ ਐਵੇਂ ਉਹੀ ਹੈਗਾ ਸੰਵਿਧਾਨਕ ਰੂਪ 'ਚ ਹੈ, ਅਦਰਵਾਈਜ਼ ਇਹ ਤਾਂ ਹੋਮ ਮਿਨਿਸਟਰੀ ਦੇ ਅੰਡਰ ਚੱਲਦਾ ਹੈ। ਹੋਮ ਮਿਨਿਸਟਰੀ ਤੋਂ ਹੀ ਡਾਇਰੈਕਸ਼ਨ ਆਉਂਦੀਆਂ, ਜਿਹੜਾ ਹੋਮ ਸੈਕਟਰੀ ਉਹ ਡਾਇਰੈਕਸ਼ਨ ਡਾਇਰੈਕਟ ਹੁੰਦਾ ਗਵਰਨਰਸ ਨੂੰ ਜਾਂ ਗਵਰਨਰਸ ਦੇ ਆਫਿਸ ਨੂੰ ਕਿ ਤੁਸੀਂ ਇਦਾਂ ਕਰਨਾ ਹੈ। ਉਹ ਸਿਚੁਏਸ਼ਨ ਦੇ ਵਿੱਚ ਡੈਫੀਨਿਟਲੀ ਜਿਹੜਾ ਗਵਰਨਰ ਹੈ ਉਹ ਟਰਬਲ ਕਰਦਾ ਹੀ ਰਹੇਗਾ, ਕ੍ਰੀਏਟ ਕਰਦਾ ਹੀ ਰਹੇਗਾ ਜਦ ਤੱਕ ਕਿ ਇਹਦੀ ਅਪਾਇੰਟਮੈਂਟ ਔਰ ਇਹਦਾ ਕੰਡਕਟ ਜਿਹੜਾ ਹੈਗਾ ਉਹਨੂੰ ਸੁਪਰੀਮ ਕੋਰਟ ਦੁਆਰਾ ਜਾਂ ਲੈਜਿਸਲੇਸ਼ਨ ਦੁਆਰਾ ਸੁਧਾਰਿਆ ਨਹੀਂ ਜਾਂਦਾ। ਮੈਂ ਪੱਤਰਕਾਰੀ ਬਰਾਦਰੀ ਵੱਲੋਂ ਸਾਰੇ ਸੂਬਿਆਂ ਦੇ ਗਵਰਨਰਾਂ ਦਾ ਧੰਨਵਾਦ ਕਰਦੇ ਹਾਂ। ਦਾ ਮਤਲਬ ਵੀ ਰੋਜ਼ ਜਿਹੜੀਆਂ ਸੁਰਖੀਆਂ ਤੁਸੀਂ ਪ੍ਰੋਵਾਈਡ ਕਰਦੇ ਹੋ, ਇਹ ਸੋਹਣੀ ਸਾਡੀ ਰੋਜ਼ੀ ਰੋਟੀ ਬਣੀ ਹੋਈ ਹੈ ਸ਼ਾਮ ਨੂੰ ਐਂਕਰਾਂ ਲਈ, ਪਰ ਇਸ ਤੋਂ ਬਿਨਾਂ ਵੀ ਇਸ ਦੇਸ਼ ਦੇ ਵਿੱਚ ਕੋਈ ਕੁਝ ਮਤਲਬ ਹੈ ਕਿ ਨਹੀਂ ਕਿ ਸੰਵਿਧਾਨ ਦੇ ਅਨੁਸਾਰ ਦੇਸ਼ ਚੱਲਣਾ ਹੈ, ਇੱਟ ਖੜਕੇ ਵਾਂਗੂ ਦੇਸ਼ ਚੱਲਣਾ ਹੈ ਕਿ ਹਰੇਕ ਰਾਜ ਦਾ ਮੁੱਖ ਮੰਤਰੀ ਬੇਸਿਕਲੀ ਕਿਸੇ ਨੇ ਦਿੱਤੀ ਉਹਨਾਂ ਨੂੰ ਡੀਲਿਟ ਦੀ ਡਿਗਰੀ ਹਾਲੇ ਕਿ ਨਹੀਂ, ਡਾਕਟਰ ਅਮਿਤ ਸ਼ਾਹ ਹੋਰਾਂ ਨੂੰ ਬਣਾ ਕੇ ਹੀ ਚੱਲਣਾ ਹੈ ਤੇ ਉਹਨਾਂ ਨੇ ਹੀ ਸਾਰੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿ ਗਵਰਨਰ ਕੀ ਕਰ ਰਹੇ ਨੇ ਪੰਜਾਬ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਕੇਰਲਾ ਦੇ ਵਿੱਚ, ਝਾਰਖੰਡ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਦੇਸ਼ ਭਰ ਦੇ ਵਿੱਚ ਜਿਹੜੇ ਗੁਲ ਖਿਲ ਰਹੇ ਨੇ ਰਾਜ ਭਵਨਾਂ ਦੇ ਵਿੱਚ, ਉਸ ਬਾਰੇ ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਰਾਜਨੀਤਿਕ ਵਿਗਿਆਨ ਦੇ ਸ਼ਾਸਤਰੀ ਨੇ, ਅਤੇ ਕਮਲਜੀਤ ਜੀ, ਸਿਆਸੀ ਕਾਰਕੁਨ ਨੇ। ਖਾਲਿਦ ਸਾਹਿਬ ਇੱਕ ਗੱਲ ਦੱਸੋ ਕਿ ਜਿਹਨੂੰ ਕਹਿੰਦੇ ਨਾ ਇਹ ਕੰਡੇ ਵਿਛਾਏ ਕਿਸ ਦੇ ਹੋਏ ਨੇ, ਜਿਸ ਵੇਲੇ ਲੰਬਰਦਾਰ ਸਾਡੇ ਡੈਮੋਕ੍ਰੇਸੀ ਦੇ ਵੱਡੇ ਜਵਾਹਰ ਲਾਲ ਨਹਿਰੂ ਹੋਰੀ ਸੀਗੇ, ਡਰ ਦੁਨੀਆ 'ਚ ਬੜਾ ਫੈਲਿਆ ਹੋਣਾ। ਮੈਂ ਸਮਝ ਸਕਦਾ 50s ਦੇ ਵਿੱਚ ਕਿ ਹਾਈ ਕਮਿਊਨਿਜ਼ਮ ਆ ਗਿਆ, ਇਧਰੋਂ ਨਾ ਆ ਜਾਵੇ, ਉਧਰੋਂ ਨਾ ਆ ਜਾਵੇ, ਕਿਸੇ ਪਾਸਿਓਂ ਨਾ ਆ ਜਾਵੇ, ਉਧਰ ਦੇਖੋ ਨਾ ਪੋਲੈਂਡ ਪਹੁੰਚ ਗਿਆ, ਇਟਲੀ ਪਹੁੰਚ ਗਿਆ, ਫਲਾਣੀ ਜਗ੍ਹਾ ਪਹੁੰਚ ਗਿਆ। ਉਸ ਵੇਲੇ ਕਲੀਅਰ ਮੈਜੋਰਿਟੀ ਕਾਮਰੇਡਾਂ ਦੀ ਮਦਰਾਸ ਸਟੇਟ ਦੀਆਂ ਇਲੈਕਸ਼ਨਾਂ ਸੀ, ਉਸ ਵੇਲੇ ਮਦਰਾਸ ਸਟੇਟ ਸੀ 52 ਦੇ ਵਿੱਚ, ਕਲੀਅਰ ਮੈਜੋਰਿਟੀ ਉਹਨਾਂ ਦੀ ਸੀ। ਉਹਨਾਂ ਨੇ ਗਵਰਨਰ ਨੇ ਬੁਲਾਏ ਸ੍ਰੀ ਪ੍ਰਕਾਸ਼ਾ ਜੀ, ਇਤਿਹਾਸ ਦੇ ਵਿੱਚ ਨਾਮ ਉਹਨਾਂ ਦਾ ਜਿਹੜੇ ਵੀ ਰੰਗ ਦੇ ਅੱਖਰਾਂ 'ਚੋਂ ਲਿਖਿਆ ਜਾਵੇਗਾ। ਉਹਨਾਂ ਨੇ ਮਾਈਨੋਰਿਟੀ ਕਾਂਗਰਸ ਨੂੰ ਬੁਲਾ ਲਿਆ ਵੀ ਤੁਸੀਂ ਆਓ, UDF ਦੀਆਂ ਸੀਟਾਂ 166 ਤੇ ਕਾਂਗਰਸ ਦੀਆਂ 152, ਤੇ ਕਿਸੇ ਨੂੰ ਮੰਤਰੀ ਬਣਾ, ਕਿਸੇ ਨੂੰ ਸੰਤਰੀ ਬਣਾ। ਉਸ ਵੇਲੇ ਐਂਟੀ ਡਿਫੈਕਸ਼ਨ ਐਕਟ ਵੀ ਹੈ ਨਹੀਂ ਸੀਗਾ ਤੇ ਇਹ ਲਗਾ ਦਿੱਤਾ।
ਮਤਲਬ ਉਸ ਵੇਲੇ ਕੰਨਾ ਬਿਰਾਨ ਨੇ ਜੋ ਲਿਖਿਆ ਕਿ ਜੀ ਕੰਨਾ ਬਿਰਾਨ ਨੇ ਉਹ ਅੱਜ ਤੱਕ ਸੁਨਹਿਰੀ ਅੱਖਰ ਨੇ ਵੀ ਨਹਿਰੂ ਦੀ ਡੈਮੋਕ੍ਰੇਸੀ ਦੇ ਪ੍ਰਤੀ ਕਮਿਟਮੈਂਟ ਕਿੰਨੀ ਕੁ ਸੀ। ਸਾਨੂੰ ਪੰਜਾਬ ਵਾਲਿਆਂ ਨੂੰ ਤਾਂ ਵੈਸੇ ਹੀ ਪਤਾ ਸੀ, ਉਸੇ ਸਾਲ ਹੀ ਜੋ ਪੈਪਸੂ ਦੀ ਸਰਕਾਰ ਨਾਲ ਇੱਥੇ ਆਲਰੇਡੀ ਹੋ ਚੁੱਕਿਆ ਸੀ। ਉੱਥੋਂ ਲੈ ਕੇ ਚੱਲੋ ਤੇ ਆ ਹੁਣ ਉਧਵ ਠਾਕਰੇ ਹਰੀ ਜਦੋਂ ਚੀਫ ਮਿਨਿਸਟਰ ਸੀਗੇ ਤੇ ਉਹਨਾਂ ਨੇ ਬਣਨਾ ਸੀਗਾ MLA ਬਣਦੇ ਜਾਂ MLC ਬਣਦੇ ਤੇ ਨੋਮੀਨੇਟ ਕਰ ਦਿੱਤਾ ਉਹਨਾਂ ਨੇ ਕਿ ਬਣ ਜਾਣਗੇ MLC ਤੇ ਗਵਰਨਰ ਨੇ ਕਿਹਾ ਜੀ ਮੈਂ ਨੋਮੀਨੇਸ਼ਨ ਹੀ ਨਹੀਂ ਕਲੀਅਰ ਕਰ ਰਿਹਾ। ਉਧਵ ਠਾਕਰੇ ਨੂੰ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਪਈ ਤਾਂ ਜੋ MLC ਰਹਿਣ, ਤਾਂ ਜੋ ਮੁੱਖ ਮੰਤਰੀ ਰਹਿ ਸਕਣ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਬਕ ਕਿਉਂ ਨਹੀਂ ਸਿੱਖੇ ਪੋਲੀਟੀਕਲ ਪਾਰਟੀਆਂ ਨੇ? ਭਾਜਪਾ ਦੀਆਂ ਆਪਣੀਆਂ ਸਰਕਾਰਾਂ ਕੀ ਉਸ ਤਰੀਕੇ ਨਾਲ ਨਹੀਂ ਕਰਾਈਆਂ ਗਈਆਂ? ਮਤਲਬ ਜਿਸ ਵੇਲੇ ਜਨਤਾ ਪਾਰਟੀ ਗਈ ਹੈ ਤਾਂ ਉਸ ਵੇਲੇ ਇੰਦਰਾ ਗਾਂਧੀ ਨੇ ਆ ਕੇ ਸਰਕਾਰਾਂ ਕਰਾ ਦਿੱਤੀਆਂ ਜੀ। ਜਿਸ ਵੇਲੇ ਭਾਜਪਾ ਆਪੋਜੀਸ਼ਨ ਸੀਗੀ, ਸਭ ਤੋਂ ਜ਼ਿਆਦਾ ਰੌਲਾ ਇਹਦੇ ਵੱਲੋਂ ਆਉਂਦਾ ਸੀਗਾ ਔਰ ਸਭ ਤੋਂ ਬ੍ਰੇਜ਼ਨਲੀ ਇਹੀ ਇਸ ਦੀ ਮਿਸਯੂਜ਼ ਕਰ ਰਹੀ ਹੈ। ਸਭ ਤੋਂ ਸਾਨੂੰ ਦੁੱਖ ਦੀ ਗੱਲ ਇਹ ਹੈਗੀ ਹੈ, ਐਜ਼ ਅ ਪੋਲੀਟੀਕਲ ਸਾਇੰਟਿਸਟ ਮੈਂ ਗੱਲ ਕਰ ਰਿਹਾ ਕਿ ਸਟੇਟ ਦਾ ਕਨਸਟੀਟਿਊਸ਼ਨਲ ਹੈਡ ਪ੍ਰੈਜ਼ਾਈਡ ਕਰ ਰਿਹਾ ਹੈ ਮੋਸਟ ਅਨਕਨਸਟੀਟਿਊਸ਼ਨਲ ਐਕਟ ਨੂੰ ਲੈ ਕੇ, ਉਹਨਾਂ ਪਰ ਪ੍ਰੈਜ਼ਾਈਡ ਕਰ। ਉਹਦਾ ਪਰਪਸ ਇੱਕੋ ਹੀ ਹੈ ਗਵਰਨਰ ਦਾ ਕਿ ਸੰਵਿਧਾਨ ਅਨੁਸਾਰ ਸਰਕਾਰ ਚੱਲੇ, ਸੰਵਿਧਾਨ ਦੇ ਮੁਤਾਬਕ ਸਰਕਾਰ ਚੱਲੇ। ਤੁਸੀਂ ਕਹਿੰਦੇ ਹੋ ਸੰਵਿਧਾਨ ਅਨੁਸਾਰ ਚੱਲੇ, ਗਵਰਨਰ ਦਾ ਬੇਸਿਕ ਕੰਮ ਹੈ। ਔਰ ਜਿਸ ਵੇਲੇ ਤੁਸੀਂ ਬਣਾਇਆ ਹੈ ਸੰਵਿਧਾਨ, ਉਸ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਜੋ ਕੁਝ ਵੀ ਹੋਵੇ, ਲੇਕਿਨ ਜਿਹੜੀਆਂ परिस्थितियां ਉਸ ਵੇਲੇ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਇਸ ਤਰ੍ਹਾਂ ਦਾ ਗਵਰਨਰ ਹੋਣਾ ਚਾਹੀਦਾ ਜਿਹੜਾ ਕਿ ਇਹ ਕਰੇਗਾ। ਲੇਕਿਨ ਤੁਹਾਡੇ ਯਾਦ ਹੋਊਗਾ ਜਿਸ ਵੇਲੇ ਸਰਕਾਰ ਸੀਗੀ ਅਟਲ ਬਿਹਾਰੀ ਵਾਜਪੇਈ ਦੀ, ਉਹਨਾਂ ਨੇ ਕਿਹਾ ਜੀ ਸੰਵਿਧਾਨ ਨੂੰ ਦੇਖਣ ਦੀ ਮੁੜ ਪਰੋਖਣ ਦੀ ਲੋੜ ਹੈ। ਹਾਂ, ਉਹ 50 ਈਅਰ ਰਿਵਿਊ ਕਮਿਸ਼ਨ MN ਵੈਂਕਟਾ ਚਲਈਆ ਵਾਲਾ। ਉਸ ਵੇਲੇ ਕੇ.ਆਰ. ਨਾਰਾਇਣਨ ਨੇ ਇੱਕ ਗੱਲ ਕਹੀ ਕਿ ਸੰਵਿਧਾਨ ਜਿਹੜਾ ਹੈਗਾ ਉਹਦੇ ਚ ਕੋਈ ਖਰਾਬੀ ਨਹੀਂ ਆਈ, ਸੰਵਿਧਾਨ ਨੂੰ ਅਸੀਂ ਫੇਲ ਕੀਤਾ। ਅੰਬੇਦਕਰ said this, it will be as good as the people who ਅਸੀਂ ਫੇਲ ਕੀਤਾ ਸੰਵਿਧਾਨ ਨੂੰ। ਜਦ ਅਸੀਂ ਸੰਵਿਧਾਨ ਜਿਹੜਾ ਯੂਜ਼ ਕਰਦੇ ਹਾਂ ਸੰਵਿਧਾਨ ਨੂੰ, ਅਗਰ ਉਹ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਉਹਨੂੰ ਇਸਤੇਮਾਲ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਹੈ ਕਿ ਸੰਵਿਧਾਨ ਦੇ ਉੱਪਰ ਬੈਠ ਕੇ ਮੋਸਟ ਅਨਕਨਸਟੀਟਿਊਸ਼ਨਲ ਕੰਮ ਕਰ ਰਹੇ ਜਿਹੜਾ ਕਿ ਗਵਰਨਰ ਕਰ ਰਹੇ ਹਨ। ਮੈਂ ਇਹ ਕਨਸਟੀਟਿਊਐਂਟ ਅਸੈਂਬਲੀ ਦੇ ਡਿਬੇਟਸ ਦੇ ਵਿੱਚੋਂ ਵੱਖ-ਵੱਖ ਲੋਕਾਂ ਦੇ ਕੋਟਸ ਕੱਢੇ ਆ, ਪ੍ਰੋਫੈਸਰ KT ਸ਼ਾਹ ਦੇ ਜਿਹੜੇ ਸਭ ਤੋਂ ਮਤਲਬ ਐਕਟਿਵ ਮੈਂਬਰਸ ਦੇ ਵਿੱਚੋਂ ਰਹੇ ਕਨਸਟੀਟਿਊਐਂਟ ਅਸੈਂਬਲੀ ਦੇ, BG ਖੇਰ, PK ਸੇਨ, KM ਮੁੰਸ਼ੀ, ਵਿਸ਼ਵਨਾਥ ਦਾਸ ਰੰਦਾ ਵੀ ਸੀਗਾ, ਉਹ ਮੇਰੇ ਹੱਥ 'ਚ ਨਹੀਂ ਹੈ ਇਸ ਵੇਲੇ। ਅੰਬੇਦਕਰ ਸਾਹਿਬ ਨੇ ਅੰਬੇਦਕਰ ਸਾਹਿਬ ਨੇ ਮਤਲਬ ਜਿੰਨਾ ਕੁਝ ਉਹਨਾਂ ਨੇ ਕਿਹਾ ਸੀ ਕਿ ਦੇਖੋ ਗਵਰਨਰ ਨੂੰ ਡਿਸਕ੍ਰਿਪਸ਼ਨ ਦਿਓਗੇ, ਇਹ ਪੁੱਠੇ ਕੰਮ ਹੋਣਗੇ, ਇਹ ਬੰਦਾ ਏਜੰਟ ਬਣੇਗਾ, ਇਹ ਸਟੇਟਾਂ 'ਚ ਖਰਾਬ ਕਰੇਗਾ, ਇਹ ਰਾਜਨੀਤੀ 'ਚ ਜ਼ਰੂਰ ਦਖਲ ਦੇਗਾ, ਤੁਸੀਂ ਡਿਸਕ੍ਰਿਪਸ਼ਨ ਇਹਦੇ 'ਚ ਪਾਈ ਹੋਈ ਹੈ। ਐਵਰੀਥਿੰਗ ਵਾਸ ਪ੍ਰੂਵਨ ਰਾਈਟ, ਦਾ ਓਨਲੀ ਥਿੰਗ ਦੈਟ ਵਾਸ ਨਾਟ ਪ੍ਰੂਵਨ ਰਾਈਟ, ਇੱਕੋ ਹੀ ਚੀਜ਼ ਜਿਹੜੀ ਸਾਬਤ ਨਹੀਂ ਹੋਈ ਉਹ ਅੰਬੇਦਕਰ ਸਾਹਿਬ ਨੇ ਕਿਹਾ ਵੀ ਇਹਦੇ ਆ ਕੁਝ ਨਹੀਂ ਹੋਏਗਾ, ਇਹਨੂੰ ਕੋਈ ਪਾਵਰ ਅਸੀਂ ਨਹੀਂ ਦੇ ਰਹੇ, ਇਹ ਐਵੇਂ ornamental, ਬਾਰ-ਬਾਰ ਉਹਨਾਂ ਨੇ ਸ਼ਬਦ ਵਰਤਿਆ ornamental। ਉਹੀ ਕਹਿ ਰਿਹਾ ਦੇਖੋ ਐਸਾ ornament ਰੱਖਿਆ ਹੈ ਤੁਹਾਨੂੰ ਮੈਂ ਰੋਜ਼ ਚਮਕਾ ਮਾਰਦਾ ਕਿਸੇ ਨਾ ਕਿਸੇ। ਅਗਰ ਗਵਰਨਰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਕੰਟਰੋਵਰਸ਼ੀਅਲ ਪੋਜੀਸ਼ਨ ਹੈਗੀ ਹੈ ਸੰਵਿਧਾਨ ਦੀ, ਤਾਂ ਆਰਟੀਕਲ 356 ਜਿਹੜੀ ਹੈਗੀ ਹੈ ਇਹ ਵੀ ਉਨੀ ਹੀ ਕੰਟਰੋਵਰਸ਼ੀਅਲ ਰਹੀ ਹੈ ਬਿਕੋਜ਼ ਆਫ ਦਾ ਮਿਸਯੂਜ਼ ਬਾਈ ਦਾ ਗਵਰਨਰ। ਜੀ ਗਵਰਨਰਸ ਨੇ ਸੈਂਟਰ ਦੇ ਇਸ਼ਾਰੇ ਤੇ 1952 ਤੋਂ ਲੈ ਕੇ ਅੱਜ ਤੱਕ ਸਭ ਤੋਂ ਜ਼ਿਆਦਾ ਕਹਾਣੀਆਂ ਹੀ ਕਮਾਲ ਦੀਆਂ ਨੇ, ਜੋ ਯਾਨੀ ਰਾਮਲਾਲ ਤੇ ਬੂਟਾ ਸਿੰਘ ਦੀਆਂ ਕਹਾਣੀਆਂ ਨੇ। ਗਵਰਨਰ ਦੀਆਂ ਪਾਵਰ ਪੋਜੀਸ਼ਨ ਦੇ ਉੱਪਰ ਇੰਨਾ ਕੁਝ ਕਿਹਾ ਜਾ ਸਕਦਾ ਹੈ ਕਿ ਸਾਨੂੰ ਰਾਤ ਪੈ ਜਾਊਗੀ, ਇਹ ਗੱਲਾਂ ਖਤਮ ਨਹੀਂ ਹੋਣਗੀਆਂ। ਤੁਸੀਂ ਦੱਸੋ ਵੀ ਅਸੀਂ ਇੰਗਲੈਂਡ ਵਾਲਿਆਂ ਤੋਂ ਲਿਆ ਸੀ ਨਾ, ਬ੍ਰਿਟੇਨ ਤੋਂ ਸਿੱਖਿਆ ਸੀ ਨਾ, ਉਹਨਾਂ ਦੇ ਉੱਥੇ ਕਰਾਊਨ ਦੀ ਅਸੈਂਟ ਨੈਸੈਸਰੀ ਹੈ। ਮਤਲਬ ਜਦੋਂ ਤੱਕ ਮਹਾਰਾਣੀ ਨੇ ਸਾਈਨ ਨਹੀਂ ਕੀਤੇ, ਜਦੋਂ ਤੱਕ ਕਿੰਗ ਚਾਰਲਸ ਸਾਈਨ ਨਹੀਂ ਕਰੇਗਾ, ਕੋਈ ਕਾਨੂੰਨ ਨਹੀਂ ਬਣ ਸਕਦਾ। ਉੱਥੇ ਡੈਡ ਲੈਟਰ ਹੈ, ਉਹ ਕਲੈਰੀਕਲ ਜਾਂਦਾ ਸਾਈਨ ਹੋ ਕੇ ਆ ਜਾਂਦਾ, ਡੈਡ ਲੈਟਰ ਹੈ, ਕਦੀ ਕਰਾਊਨ ਦਾ ਕੋਈ ਮਤਲਬ ਨਹੀਂ। ਮੈਂ ਤੁਹਾਨੂੰ ਇੱਕ ਕਹਿ ਕਰਦਾ ਜੀ, ਪਿਛਲੇ 300 ਸਾਲ ਦੇ ਵਿੱਚ ਮਹਾਰਾਣੀ ਨੇ ਇੰਗਲੈਂਡ ਦੀ ਕਦੇ ਵੀ ਕਿਸੇ ਐਸੇ ਬਿੱਲ ਤੇ, ਕਿਸੇ ਐਸੇ ਐਗਜ਼ੈਕਟਿਵ ਆਰਡਰ ਤੇ ਸਾਈਨ ਕਰਨ ਤੋਂ ਇਨਕਾਰ ਨਹੀਂ ਕੀਤਾ ਜਿਹੜਾ ਕਿ ਕੈਬਨਿਟ ਚੋਂ ਪਾਸ ਹੋ ਕੇ ਆਵੇ ਅੱਜ ਤੱਕ। 300 ਸਾਲ ਬਲਕਿ ਇਸ ਤੋਂ ਵੀ ਜ਼ਿਆਦਾ ਹੋ ਗਏ। ਇੱਥੇ ਜਿਹੜਾ ਹੈਗਾ ਲੇਕਿਨ ਅਸੀਂ ਉੱਥੋਂ ਹੀ ਲੈਤਾ ਕਿ ਅਸੀਂ ਡੈਡ ਲੈਟਰ ਉੱਥੋਂ ਇਹ ਪੋਜੀਸ਼ਨ ਲੈਤੀ, ਲੇਕਿਨ ਨਾਲ ਜਿਹੜਾ ਡਿਸਕ੍ਰਿਸ਼ਨ ਦਾ ਇਸਤੇਮਾਲ ਹੋ ਗਿਆ ਔਰ ਜਿਹੜਾ ਉਹਦਾ ਪੋਲੀਟੀਕਲ ਯੂਜ਼ ਹੋ ਗਿਆ, ਉਹਦਾ ਮਤਲਬ ਹੈ ਉਹ ਸਾਡੀ ਪੋਲੀਟੀਕਲ ਕਨਸਟੀਟਿਊਸ਼ਨਲ ਬੇਈਮਾਨੀ ਜਿਹੜੀ ਹੈਗੀ ਆ ਉਹ ਦਿਖਾਉਂਦੀ ਹੈ। ਸੁਝਾਅ ਆ ਰਹੇ ਨੇ ਵੱਖ-ਵੱਖ ਕਨਸਟੀਟਿਊਸ਼ਨਲ ਮਾਹਿਰਾਂ ਤੋਂ। ਇੱਕ ਇਹ ਹੈ ਕਿ ਗਵਰਨਰ ਦਾ ਟੈਨਿਓਰ ਫਿਕਸ ਕਰ ਦਿਓ, ਦੂਸਰਾ ਇਹ ਹੈ ਕਿ ਗਵਰਨਰ ਦੀ ਇੰਪੀਚਮੈਂਟ ਦਾ ਵੀ ਕੋਈ ਰਸਤਾ ਬਣਾਓ ਕਿ ਅਸੈਂਬਲੀ ਉਹਨੂੰ ਇਹ ਕਈ ਬਾਰ-ਬਾਰ ਉੱਠੀ ਹੈ ਕਿ ਇੰਪੀਚਮੈਂਟ ਕਰੋ ਇਹਨੂੰ। ਹਾਂ, ਫਿਰ ਉਹਨਾਂ ਨੇ ਕਿਹਾ ਕਿ ਕੋਈ ਕਮੇਟੀ ਬਣਾ ਦਿਓ ਜਿਹੜੀ ਗਵਰਨਰ ਅਪਾਇੰਟ ਕਰਿਆ ਕਰੇ, ਉਹਦਾ CM ਵੀ ਪਾਰਟ ਹੋਵੇ, ਮੰਨ ਲਓ ਉਹਦਾ ਪ੍ਰਾਈਮ ਮਿਨਿਸਟਰ ਪਾਰਟ ਹੋਵੇ,
ਤੇ ਉਹਦਾ ਲੋਕ ਸਭਾ ਦਾ ਸਪੀਕਰ ਪਾਰਟ ਹੋਵੇ ਤੇ ਉਹਦਾ ਚੀਫ ਜਸਟਿਸ ਆਫ ਇੰਡੀਆ ਪਾਰਟ ਹੋਵੇ ਤੇ ਉਹਦਾ ਸੀਐਮ ਪਾਰਟ ਹੋਵੇ, ਉਹਦਾ ਆਪੋਜੀਸ਼ਨ ਦਾ ਲੀਡਰ ਪਾਰਟ। ਇਹ ਸਾਰਿਆਂ ਦਾ ਮਤਲਬ ਇਹ ਸਾਰੀ ਇਕੁਏਸ਼ਨ ਵੀ ਜਿਹੜੀ ਹੈ ਮੈਨੂੰ ਇਹ ਲੱਗਦਾ ਇਹ ਸਾਰੇ ਤਕਨੀਕੀ ਰਾਹਤਾਂ, ਇਹ ਸਾਰੇ ਤਕਨੀਕੀ ਰਾਹਤਾਂ ਯੂ ਥਿੰਕ ਟਿੰਕਰਿੰਗ ਅਰਾਊਂਡ ਨਹੀਂ ਚੱਲੇਗੀ। ਮੈਨੂੰ ਇਹ ਲੱਗਦਾ ਕਿ ਬੁਨਿਆਦੀ ਤੌਰ ਦੇ ਉੱਤੇ ਰਿਵਿਊ ਜਿਹੜਾ ਹੈਗਾ ਉਹ ਇਸ ਗੱਲ ਦਾ ਹੋਣਾ ਚਾਹੀਦਾ ਕਿ ਗਵਰਨਰ ਹੁਣ ਡੂ ਵੀ ਨੀਡ ਗਵਰਨਰ, ਕਿਉਂ ਚਾਹੀਦਾ। ਇਹ ਬਿਲਕੁਲ ਜ਼ਿਆਦਾ ਮੈਨੂੰ ਰੈਲੇਵੈਂਟ ਕੁਐਸਚਨ ਲੱਗਦਾ। ਉਹਦਾ ਇੱਕ ਕਾਰਨ ਹੋਰ ਹੈ। ਦੇਖੋ, ਜਦੋਂ ਤੋਂ ਇਹ ਸਰਕਾਰ ਆਈ ਹੈ 2014 ਤੋਂ ਅਸੀਂ ਬੜਾ ਕੁਝ ਦੇਖਿਆ, ਬੜਾ ਕੁਝ ਨਵਾਂ ਦੇਖਿਆ। ਇੱਕ ਜਿਹੜੀ ਚੀਜ਼ ਦੇਖੀ ਹੈ ਕਿ ਸਮਾਜ ਦੇ ਵਿੱਚ ਸਾਰਾ ਕੁਝ ਪਿਆ ਹੁੰਦਾ ਹੈ, ਸਮਾਜ ਦੇ ਵਿੱਚ ਪਿਛੜਾਪਣ ਵੀ ਪਿਆ ਹੁੰਦਾ ਹੈ ਤੇ ਸਮਾਜ ਦੇ ਵਿੱਚ ਬਹੁਤ ਹੀ ਐਡਵਾਂਸ ਚੀਜ਼ਾਂ ਵੀ ਪਈਆਂ ਹੁੰਦੀਆਂ ਨੇ। ਇੱਕ ਸਰਕਾਰ ਦੇ ਇਹ ਬਹੁਤ ਬਸ ਦੇ ਵਿੱਚ ਹੁੰਦਾ ਹੈ ਵੀ ਉਹ ਇਹਨਾਂ ਚੋਂ ਕਿਹੜੀ ਚੀਜ਼ ਨੂੰ ਹਵਾ ਦੇ ਦਿੰਦੀ ਹੈ ਤੇ ਕਿਹੜੀ ਚੀਜ਼ ਨੂੰ ਡਿਮਿਨਿਸ਼ ਕਰ ਦਿੰਦੀ ਹੈ ਜਾਂ ਥੱਲੇ ਤੱਕ ਦਬਾ ਦਿੰਦੀ ਹੈ। ਇਹ ਸਰਕਾਰ ਲਗਾਤਾਰ ਸਾਡੇ ਸਮਾਜ ਦੀਆਂ, ਸਾਡੇ ਸੰਵਿਧਾਨ ਦੇ ਵਿੱਚੋਂ ਉਹ ਪਾਰਟਿਕੂਲਰ ਚੀਜ਼ਾਂ ਕੱਢ ਕੇ ਲਿਆ ਰਹੀ ਹੈ ਜਿਹੜੀਆਂ ਸਭ ਤੋਂ ਪਿਛੜੀਆਂ ਹੋਈਆਂ ਸੀ। ਜਿਹੜੀ ਇਨਸਿਕਿਉਰਿਟੀ ਦੇ ਵਿੱਚੋਂ ਇਹ ਗਵਰਨਰ ਰੱਖੇ ਗਏ, ਜਿਹੜਾ ਆਪਾਂ ਹੁਣੇ ਗੱਲ ਕਰਕੇ ਰੱਖੇ, ਇੱਕ ਬਹੁਤ ਹੀ ਇਨਸਿਕਿਉਰ ਪੋਜੀਸ਼ਨ ਦੇ ਵਿੱਚੋਂ ਕਿ ਕਿਤੇ ਹਿੰਦੁਸਤਾਨ ਖੇਡ ਨਾ ਜਾਵੇ। ਠੀਕ ਹੈ, ਜਿਹੜੇ ਕਾਰਨ ਉਸ ਵੇਲੇ ਦੱਸੇ ਗਏ ਉਹਨਾਂ ਕਾਰਨਾਂ ਚੋਂ ਤਾਂ ਕੋਈ ਰਿਹਾ ਹੀ ਨਹੀਂ। ਉਹ ਹੁਣ ਨਾ ਹਿੰਦੁਸਤਾਨ ਉਹਨਾਂ ਨੇਸੈਂਟ ਹੈ, ਨਾ ਸੀ ਇਹ ਕਹਿ ਸਕਦੇ ਕਿ ਸਾਡੀ ਅਸੈਂਬਲੀ ਵਿੱਚ ਕੰਪੀਟੈਂਟ ਲੈਜਿਸਲੇਟਰ। ਦੇਖੋ, ਜੇ ਆਪਾਂ ਕਾਂਗਰਸ ਪੀਰੀਅਡ ਦੇ ਉੱਤੇ ਜੇ ਆਪਾਂ ਕੋਈ ਕ੍ਰਿਟਿਕ ਕੱਢਣਾ ਹੋਵੇ ਤਾਂ ਉਹ ਇਹ ਬਣਦਾ ਹੈ ਕਿ ਕਾਂਗਰਸ ਨੂੰ ਇਸ ਨੂੰ ਖੁਦ ਹੀ ਦੇਖ ਲੈਣਾ ਚਾਹੀਦਾ ਸੀ। ਲੇਕਿਨ ਕਾਂਗਰਸ ਸਾਰਾ ਦੌਰਾਨ ਇਹ ਕਰਦੀ ਰਹੀ ਕਿ ਉਹ ਇਸੇ ਨੂੰ ਹੀ ਕਿਵੇਂ ਹੋਰ ਬਿਹਤਰ ਯੂਜ਼ ਕੀਤਾ ਜਾ ਸਕੇ ਜਾਂ ਉਹ ਆਪਣੇ ਪੱਖ 'ਚ ਕਿਵੇਂ ਵਰਤ ਸਕਦੀ ਹੈ, ਉਹ ਇਸ ਦੇ ਵਿੱਚ ਲੱਗੀ ਰਹੀ। ਨਾਲੇ ਕਰਦੇ ਰਹੇ ਨਾ ਉਹ ਇਸ ਨੂੰ ਪੰਜਾਬ ਵਾਲਿਆਂ ਨੇ ਤਾਂ ਸੇਕ ਝੱਲਿਆ ਤੇ ਕਾਂਗਰਸੀਆਂ ਸਰਕਾਰਾਂ ਤੋਂ ਝੱਲਿਆ ਨਾ, ਬਿਲਕੁਲ ਝੱਲਿਆ। ਤੇ ਉਹ ਇਸ ਮੈਨੂੰ ਇਹ ਲੱਗਦਾ ਕਿ ਕਾਂਗਰਸ ਨੇ ਇਹਨੂੰ ਜਿਉਂਦਾ ਰੱਖਿਆ ਕਿ ਸ਼ਾਇਦ ਅਸੀਂ ਹੀ ਸਦਾ ਵਰਤਦੇ ਰਵਾਂਗੇ। ਹੁਣ ਇਹ ਆ ਗਿਆ ਨਰਿੰਦਰ ਮੋਦੀ ਦੇ ਹੱਥ ਦੇ ਵਿੱਚ। ਹੁਣ ਨਰਿੰਦਰ ਮੋਦੀ ਜਿਹੜਾ ਹੈਗਾ ਉਹ ਭਾਵੇਂ ਇਸ ਦਾ ਸੇਕ ਝੱਲਦਾ ਆਏ ਹੋਵੇ ਬੀਜੇਪੀ, ਲੇਕਿਨ ਅੱਜ ਉਹਦੇ ਕੋਲ ਹਰ ਪਛੜੀ ਹੋਈ ਚੀਜ਼ ਇਸ ਫਾਸ਼ੀਵਾਦ ਦੇ ਹੱਥ ਦੇ ਵਿੱਚ ਆ ਕੇ ਹਰ ਪਛੜੀ ਹੋਈ ਚੀਜ਼ ਇੱਕ ਡੇਂਜਰਸ ਵੈਪਨ ਬਣ ਗਈ ਹੈ। ਸੋ ਇਹਨੇ ਡੇਂਜਰਸ ਸਰਕਾਰਾਂ ਨੂੰ ਕਿਉਂ ਹੋਣ ਵਾਲੀ। ਮੈਂ ਇਸ ਤੋਂ ਥੋੜਾ ਜਿਹਾ ਹਟ ਕੇ ਗੱਲ ਕਰੂੰਗਾ ਕਿ ਗਵਰਨਰ ਦੀ ਪਾਵਰ ਤੇ ਪੋਜੀਸ਼ਨ ਤਾਂ ਰਹਿਣੀ ਚਾਹੀਦੀ ਹੈ। ਪਾਵਰ ਤਾਂ ਗਵਰਨਰ ਤਾਂ ਰਹਿਣਾ ਚਾਹੀਦਾ ਹੈ। ਪਾਵਰ ਐਂਡ ਪੋਜੀਸ਼ਨ ਦੀ ਮੈਂ ਬਾਤ ਕਰਨਾ ਕੀ ਹੈ ਜੀ। ਨਹੀਂ, ਮੈਂ ਤੁਹਾਨੂੰ ਦੱਸਦਾ ਨਾ, ਅਗਰ ਗਵਰਨਰ ਨਹੀਂ ਹੈ ਜਾਂ ਕੋਈ ਐਸੀ ਸ਼ਕਤੀ नहीं है तो तुसी ये देखो भी कैसे पॉलिटिशियन जित के सीएम और मंत्री बन रहे हैं उन्होंने पर थोड़ी बहुत तो कैप होनी चाहिए। इस करके गवर्नर दी अपॉइंटमेंट इंस्ट्रूमेंट आया which गवर्नर कैन डू दैट। देखो, बिल्कुल गवर्नर ने एक रिपोर्ट भेजनी है कि सरकार पावर नहीं गड़बड़ कर रही है। लेट हिम हैव हिज से। गवर्नर कहता है भी गवर्नर ने रिपोर्ट भेजनी है कि कॉन्स्टिट्यूशनल मशीनरी हैज ब्रोकन डाउन, ठीक है नहीं, ये रिपोर्ट भेजनी है ना। अगर सीएम ते मंत्री आप खुद फॉर एग्जांपल एक असेंबली पास कर दी है कि मैं तो मॉनिटर ला रहे हो, फिर तुसी मॉनिटर ला रहे हो। नहीं, हुन मैं कहना मैं लास्ट गल कहूंगा कि मैं इस चीज़ के ऊपर इंसिस्ट कर रहा कि सुप्रीम कोर्ट ਨੂੰ ਇੱਕ ਖੰਡਪੀਠ ਬਿਠਾ ਕੇ ਜਾਂ ਲੈਜਿਸਲੇਸ਼ਨ ਦੁਆਰਾ ਗਵਰਨਰ ਦਾ ਕੰਡਕਟ ਤੇ ਅਪਾਇੰਟਮੈਂਟ ਉਹਨੂੰ ਰਿਫਾਰਮ ਕਰਨਾ ਚਾਹੀਦਾ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹ ਰਿਹਾ, ਕੁਐਸਚਨ ਮੇਰਾ ਕੀ ਵਿਚਾਰ ਹੈ, ਮੈਂ ਕਹਿ ਰਿਹਾ ਬਹੁਤ ਸਾਰੀਆਂ ਕਨਸਟੀਟਿਊਸ਼ਨਲ ਅਥਾਰਟੀਜ਼ ਹੁਣ ਇਸ ਗੱਲ ਵੱਲ ਨੂੰ ਮੁੜਦੀਆਂ ਆ ਰਹੀਆਂ ਨੇ ਕਿ ਸਾਨੂੰ ਇਸ ਬਹਿਸ ਨੂੰ ਸ਼ੁਰੂ ਕਰਨ ਦੀ ਲੋੜ ਹੈ ਕਿ ਸਾਨੂੰ ਗਵਰਨਰ ਚਾਹੀਦਾ ਹੈ ਕਿ ਨਹੀਂ। ਤੇ ਬਹੁਤ ਸਾਰਿਆਂ ਨੇ ਲੀਡਿੰਗ ਅਮੰਗ ਦੈਮ ਪੀਪਲ ਲਾਈਕ ਦੁਸ਼ਯੰਤ ਦਾਵੇ, ਗੌਤਮ ਭਾਟੀਆ ਵਰਗੇ ਕਨਸਟੀਟਿਊਸ਼ਨਲ ਐਕਸਪਰਟਸ ਜਿਹੜੇ ਨੇ ਉਹ ਕਲੀਅਰਲੀ ਇਹ ਕਹਿ ਰਹੇ ਨੇ ਕਿ ਇਹ ਬਿਲਕੁਲ ਕਨਸਟੀਟਿਊਸ਼ਨ ਦੇ ਵਿੱਚ ਫਲਾ ਹੈ, ਤੁਸੀਂ ਇਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਨਾ ਕਰੋ, ਉਹ ਉੱਥੇ ਗਲਤੀ ਹੋਈ ਆ ਉਸ ਨੂੰ ਠੀਕ ਕਰੋ। ਇਹ ਆਫਿਸ ਪਰ ਮੇਰਾ ਇਹ ਕਹਿਣਾ ਹੈ ਕਿ ਜਿਹੜਾ ਇਹ ਐਗਜ਼ੈਕਟ ਤਰਕ ਹੈ ਨਾ ਖਾਲਿਦ ਸਾਹਿਬ ਦਾ, ਮੈਨੂੰ ਲੱਗਦਾ ਇਸ ਤਰਕ ਨੂੰ ਸਾਨੂੰ ਮੁੜ ਵਿਚਾਰਨਾ ਚਾਹੀਦਾ ਹੈ। ਇਸ ਤਰਕ ਦੇ ਵਿੱਚ ਡਿਸਕ੍ਰਿਸ਼ਨ ਪਈ ਹੈ ਤੇ ਡਿਸਕ੍ਰਿਸ਼ਨ ਵਿੱਚ ਸ਼ਰਾਰਤ ਕਰਨ ਦੀ ਸਪੇਸ ਪਈ ਹੈ। ਔਰ ਖਾਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਡਾਊਟ ਕਰਨਾ ਹੈ ਕਿ ਕੌਣ ਵਿਗੜ ਸਕਦਾ ਹੈ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਵੀ ਵਿਗੜ ਸਕਦਾ ਹੈ ਤੇ ਅਸੀਂ ਹੁਣ ਦੇਖ ਰਹੇ ਹਾਂ ਕਿ ਗਵਰਨਰ ਵੀ ਵਿਗੜ ਸਕਦੇ ਨੇ। ਚੀਫ ਮਿਨਿਸਟਰ ਵੀ ਵਿਗੜੇ ਹੋਏ ਨੇ। ਅਸੀਂ ਕਿਸ ਦੇ ਵਿਗੜ ਜਾਣ ਦੀ ਜਿਹੜੀ ਹੈਗੀ ਹੈ ਰਿਸਕ ਲੈਣਾ ਠੀਕ ਸਮਝਾਂਗੇ। ਮੈਨੂੰ ਲੱਗਦਾ ਜੇ ਲੋਕਾਂ ਦੀ ਚੁਣੀ ਹੋਈ ਸਰਕਾਰ ਵਿਗੜ ਜਾਂਦੀ ਹੈ ਲੋਕ ਉਸ ਨੂੰ ਲਾ ਦੇਣਗੇ। ਬਿਲਕੁਲ ਉਹਦੇ ਉੱਤੇ ਲੋਕਾਂ ਦਾ ਕੋਈ ਕੰਟਰੋਲ ਤੇ ਹੈ ਨਾ। ਗਵਰਨਰ ਕਿਸੇ ਨੂੰ ਜਵਾਬ ਉਹ ਜਿਹੜੀ ਜਵਾਬਦੇਹੀ ਲੋਕਾਂ ਦੇ ਪ੍ਰਤੀ ਜਵਾਬਦੇਹੀ ਉਹਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਲਿੱਤਾ ਜਾਵੇ, ਉਹਨੂੰ ਹੋਰ ਜ਼ਿਆਦਾ ਸਟਰੋਂਗ। ਅਸੈਂਬਲੀ ਨੇ ਬਿੱਲ ਪਾਸ ਕਰ ਦਿੱਤਾ, ਮੈਂ ਕਹਿੰਦਾ ਰਾਈਟ ਟੂ ਰੀਕਾਲ ਦੇ ਦਈਏ ਆਪਾਂ ਲੋਕਾਂ ਨੂੰ। 4 ਸਾਲ ਤੁਸੀਂ ਬਹਿਸ ਕਰ ਲਓ, ਅਸੈਂਬਲੀ ਦੇ ਵਿੱਚ VOTING ਕਰਾ ਲਓ, ਯੂਨੈਨਿਮਸਲੀ ਅਸੈਂਬਲੀ ਬਿੱਲ ਪਾਸ ਕਰ ਦੇਵੇ ਤਾਂ ਵੀ ਗਵਰਨਰ ਸਾਰੀ ਲਾ ਮੇਕਿੰਗ ਐਕਸਰਸਾਈਜ਼ ਨੂੰ ਖੁੱਡੇ ਲਾਈਨ ਲਾ ਸਕਦਾ ਹੈ। ਉਹ ਬਿੱਲ ਰਿਜੈਕਟ ਵੀ ਨਾ ਕਰੇ, ਲੈ ਕੇ ਬੈਠ ਜਾਵੇ ਤੇ देयर इज नथिंग। ਨਹੀਂ, ਉਹਦਾ ਦੂਜਾ ਇੱਕ ਹੱਲ ਹੈ ਨਾ, ਉਹ ਤਾਂ ਹੋ ਰਿਹਾ। ਜੋ ਖਾਲਿਦ ਸਾਹਿਬ ਕਹਿੰਦੇ ਉਹ ਦੂਜਾ ਇੱਕ ਹੱਲ ਹੈ, ਸਾਹਮਣੇ ਹੋ ਰਿਹਾ। ਉਹ ਤਾਂ ਇਸ ਵੇਲੇ ਹੋ ਰਿਹਾ। ਦੇਖੋ ਗਵਰਨਰ ਕੋਲ ਤੁਹਾਡਾ ਕਹਿਣਾ ਵੀ ਕੋਡੀਫਾਈ ਕਰ ਦਿੱਤਾ ਜਾਵੇ ਲੈਜਿਸਲੇਸ਼ਨ ਨੂੰ ਲੈ ਕੇ ਗਵਰਨਰ ਕੋਲ ਅਥਾਹ ਸ਼ਕਤੀਆਂ ਬਣ ਗਈਆਂ। ਲੇਕਿਨ ਸਾਡੇ ਸਾਹਮਣੇ ਸੀਏ ਪਾਸ ਹੋਇਆ, ਡਾਕਟਰ ਸਾਹਿਬ ਸਾਡੇ ਸਾਹਮਣੇ ਸੀਏ NRC ਸਾਡੇ ਸਾਹਮਣੇ ਪਾਸ ਹੋਇਆ, ਪ੍ਰੈਜ਼ੀਡੈਂਟ ਬੈਠਾ ਸੀਗਾ, ਉਹਦਾ ਵੀ ਇਹੀ ਕੰਮ ਸੀਗਾ ਕਿ ਉਸਨੇ ਕਨਸਟੀਟਿਊਸ਼ਨ ਦੇ ਪ੍ਰੋਟੈਕਟੋਰੇਟ ਦੇ ਤੌਰ ਦੇ ਉੱਤੇ ਬੈਠਣਾ ਉੱਥੇ। ਲੇਕਿਨ ਉੱਥੇ ਉਸੇ ਦੌਰਾਨ ਕਿਸਾਨ ਬਿੱਲ ਪਾਸ ਹੋਏ, ਉਸੇ ਦੌਰਾਨ ਸੀਏ ਪਾਸ ਹੋਇਆ, ਬਿਨਾਂ ਆਰਡੀਨੈਂਸ ਨੂੰ, ਬਿਨਾਂ ਕਮੇਟੀਆਂ ਨੂੰ, ਸਿਲੈਕਟ ਕਮੇਟੀਆਂ ਨੂੰ ਭੇਜੇ, ਕਿੰਨੇ ਬਿੱਲ ਪਾਸ ਹੋ ਰਹੇ ਨੇ। ਸਾਨੂੰ ਕਿੰਨੀਆਂ ਐਗਜ਼ਾਮਪਲ ਐਮਰਜੈਂਸੀ ਵੀ ਲੱਗੀ ਸੀਗੀ,
ਮੈਂ ਉਹੀ ਕਹਿ ਰਿਹਾ, ਉਹੀ ਚੀਜ਼ ਹੈ ਨਾ। ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਨੂੰ ਸਾਫ਼ ਕਿੰਨੇ ਬੁਰੇ ਤਰੀਕੇ ਨਾਲ ਕੀਤਾ, ਉਹ ਅਸਲੀ ਗੱਲ ਹੈ ਕਿ ਕਨਸਟੀਟਿਊਸ਼ਨਲ ਹੈਡ ਜਿਹੜੇ ਹੈਗੇ ਆ ਉਹ ਕਨਸਟੀਟਿਊਸ਼ਨ ਦੇ ਸਿਰ ਪਰ ਬੈਠ ਕੇ ਮੋਸਟ ਅਨਕਨਸਟੀਟਿਊਸ਼ਨਲ ਕੰਮ ਕਰ ਰਹੇ ਹਨ। ਹਾਂ, ਔਰ ਸੈਂਟਰ ਚ ਫਿਰ ਆਪਾਂ ਉਹਨੂੰ ਨਾ ਲੋਕਾਂ ਦੀਆਂ ਚੁਣੀਆਂ ਹੋਈਆਂ ਸੰਵਿਧਾਨ ਨੂੰ ਪਰਨਾਈਆਂ ਹੋਈਆਂ ਤੇ ਲੋਕਾਂ ਨੂੰ ਫਿਰ ਆਨਸਰੇਬਲ ਸਰਕਾਰਾਂ ਕਨਸਟੀਟਿਊਸ਼ਨ ਦੇ ਨਾਲ ਸ਼ਾਇਦ ਨਾ ਚੱਲਣ ਤੇ ਗਵਰਨਰ ਕਨਸਟੀਟਿਊਸ਼ਨ ਦੇ ਅਨੁਸਾਰ ਚੱਲੇਗਾ। ਇਹ ਜਿਹੜਾ ਵਿਸ਼ਵਾਸ ਹੈ, ਹਾਂ ਮੈਨੂੰ ਲੱਗਦਾ ਇਹ ਭਰੋਸਾ ਜਿਹੜਾ ਹੈਗਾ ਇਹਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ। ਕੰਡਕਟ ਕੋਡੀਫਾਈ ਹੋਣਾ ਚਾਹੀਦਾ ਹੈ, ਉਹਦੀ ਅਪਾਇੰਟਮੈਂਟ ਰਿਫਾਰਮ ਹੋਣੀ ਚਾਹੀਦੀ ਹੈ। ਮੈਂ ਦੋ ਚੀਜ਼ਾਂ ਤੇ ਜਿੰਨੀ ਦੇਰ ਉਹ ਰਵੇ ਉਨੀ ਦੇਰ ਕਿਸੇ ਕਨਫਿਗਰੇਸ਼ਨ ਦੇ ਵਿੱਚ ਰਵੇ। ਸਾਰੀ ਸਰਕਾਰ ਤਾਮਿਲਨਾਡੂ ਦੀ ਇਹ ਫੈਸਲਾ ਕਰੇ ਕਿ ਨੀਟ ਦੇ ਟੈਸਟ ਤੋਂ ਅਸੀਂ ਆਪਣੇ ਆਪ ਨੂੰ ਬਾਹਰ ਕੱਢਣਾ ਹੈ, ਸਾਰੀ ਉੱਥੇ ਉੱਥੇ ਦਾ ਪੋਲੀਟੀਕਲ ਸਪੈਕਟਰਮ ਦੇ ਵਿੱਚ ਇਹਦੇ ਬਾਰੇ ਕੰਪਲੀਟ ਇੱਕ ਐਗਰੀਮੈਂਟ ਹੈ ਤੇ ਗਵਰਨਰ ਕਹਿੰਦਾ ਨਹੀਂ ਕਰਨਾ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਣਾ ਸੀ, ਉਹਨਾਂ ਨੇ ਡਿਸੀਜਨ ਲੈ ਲਿਆ, ਕੈਬਨਿਟ ਨੇ ਪਾਸ ਕਰਤਾ, ਯੂਨੀਅਨ ਕਾਉਂਸਲ ਮਿਨਿਸਟਰਸ ਨੇ ਗਵਰਨਰ ਨੂੰ ਭੇਜਦਾ, ਗਵਰਨਰ ਨੇ ਕਿਹਾ ਨਹੀਂ ਇੱਦਾਂ ਨਹੀਂ ਛੱਡ ਸਕਦੇ, ਮੈਂ ਸੈਂਟਰ ਨੂੰ ਭੇਜ ਦੇਣਾ। ਸੁਪਰੀਮ ਕੋਰਟ ਨੇ ਅੰਤ ਸੁਣਿਆ, ਤੁਸੀਂ ਜਿਵੇਂ ਕਹਿੰਦੇ ਹੋ ਸੁਪਰੀਮ ਕੋਰਟ ਸੁਣੇ, ਸੁਪਰੀਮ ਕੋਰਟ ਨੇ ਕਿਹਾ ਇਹ ਡਿਸੀਜਨ ਗਵਰਨਰ ਨੂੰ ਲੈਣਾ ਚਾਹੀਦਾ ਸੀ, ਗਵਰਨਰ ਨੇ ਬਿਲਕੁਲ ਸੰਵਿਧਾਨ ਦੇ ਉਲਟ ਕੰਮ ਕੀਤਾ ਜਿਹੜਾ ਇਸ ਡਿਸੀਜਨ ਨੂੰ ਸੈਂਟਰ ਕੋਲ ਭੇਜਿਆ ਤੇ ਫਿਰ ਇਹਨੂੰ ਸਾਡੇ ਕੋਲ ਆਣਾ ਪਿਆ। ਪ੍ਰੈਰੀ ਵੈਲਨ 6 ਮਹੀਨੇ ਪਹਿਲਾਂ ਛੁੱਟ ਜਾਂਦਾ। ਸੁੱਖ ਨਾਲ ਗਵਰਨਰ ਇਹ ਉਹੀ ਸਨ ਬਨਵਾਰੀ ਲਾਲ ਪੁਰੋਹਿਤ ਜੀ ਜਿਹੜੇ ਅੱਜ ਕੱਲ ਸਾਡੇ ਪੰਜਾਬ ਦੇ ਵਿੱਚ ਇੱਥੇ ਸੁਸ਼ੋਭਿਤ ਨੇ। ਹਿਜ਼ ਐਕਸੀਲੈਂਸੀ ਜਸਟ ਇੱਕ ਗੱਲ ਇਸ ਤੋਂ ਪਹਿਲਾਂ ਕਿ ਆਪਾਂ ਖਤਮ ਲੜਨਾ ਕਰ ਚਾਹ ਦਈਏ, ਰਹੇ ਸੀ ਅਸਲ ਭਗਵੰਤ ਮਾਨ ਹਰਾਂ ਨਾਲ, ਪਰ ਉਹ ਮਤਲਬ ਜ਼ਿਆਦਾ ਆਰਾਮ ਦੀ ਸਥਿਤੀ ਵਿੱਚ ਰਹਿਣਾ ਚਾਹੁੰਦੇ ਸੀਗੇ, ਨਹੀਂ ਤਾਂ ਕਿਤੇ ਬੂਟ ਚੁੱਭਣ ਨਾ ਲੱਗ ਜਾਣ ਚੰਗੀ ਕੰਪਨੀ। ਮੈਨੂੰ ਇਹ ਲੱਗਦਾ ਸੰਵਿਧਾਨ ਦੀ ਰਾਖੀ ਵਾਸਤੇ ਲੋਕਾਂ ਨੂੰ ਹੋਰ ਜ਼ਿਆਦਾ ਪਾਵਰਾਂ ਦੀ ਲੋੜ ਹੈ, ਨਾ ਕਿ ਗਵਰਨਰਾਂ ਦੀ ਪਾਵਰਾਂ ਦੀ ਲੋੜ ਹੈ। ਲੋਕਾਂ ਨੂੰ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਵਾਪਸ ਸੱਦ ਲੈਣ ਦਾ, ਉਹਨਾਂ ਨੂੰ ਰਾਈਟ ਟੂ ਰੀਕਾਲ ਜਿਹੜਾ ਹੈਗਾ ਉਹ ਦਿੱਤਾ ਜਾਣਾ ਚਾਹੀਦਾ। ਕਰਨ ਦੀ ਲੋੜ ਹੈ ਸਾਨੂੰ ਉਧਰ ਲੋੜ ਹੈ, ਲੋਕਾਂ ਕੋਲ ਇਹ ਹੱਕ ਹੋਵੇ ਕਿ ਜੇ ਉਹਨਾਂ ਦੇ ਇਲਾਕੇ ਦਾ ਐਮਐਲਏ ਉਹਨਾਂ ਨੂੰ ਲੱਗਦਾ ਠੀਕ ਕੰਮ ਨਹੀਂ ਕਰ ਰਿਹਾ ਤੇ ਇੱਕ ਪਾਰਟਿਕੂਲਰ ਨੰਬਰ ਆਫ ਪੀਪਲ ਉਹ ਪਟੀਸ਼ਨ ਬਣਾ ਲੈਣ। ਕੋਈ ਇੱਕ ਤਰੀਕਾ ਹੋਣਾ ਚਾਹੀਦਾ ਕਿ ਲੋਕ ਕਹਿਣ ਵੀ ਭਾਈ ਗਵਰਨਰ ਤੇ ਲੱਗਿਆ ਅਸੀਂ, ਆਫਲਾਈਨ ਗਵਰਨਰ ਕਰਨਾ ਤੋਂ ਸਾਨੂੰ change.org ਇੱਕ ਆਫਲਾਈਨ change.org ਚੱਲਣੀ ਚਾਹੀਦੀ ਹੈ। ਹਾਂ, ਕੋਈ ਪਟੀਸ਼ਨ ਇੱਥੇ ਚੱਲਣੀ ਚਾਹੀਦੀ ਹੈ। ਲੋਕਾਂ 'ਚ ਇੱਕ ਪੂਰਾ ਮੁਹਾਸ ਚੱਲਣਾ ਚਾਹੀਦਾ ਕਿ ਸਾਨੂੰ ਤਾਕਤ ਹੋਵੇ, ਅਸੀਂ ਦੱਸਾਂਗੇ ਕੌਣ ਰਾਜ ਕਰਦਾ ਰਹੇਗਾ ਤੇ ਕਿਸ ਨੂੰ ਕਦੋਂ ਸਾਨੂੰ ਲੱਗੇ ਕਿ ਸੰਵਿਧਾਨ ਅਨੁਸਾਰ ਤੇ ਆਪਣੇ ਵਾਅਦੇ ਅਨੁਸਾਰ ਤੇ ਆਪਣੇ ਮੈਨੀਫੈਸਟੋ ਅਨੁਸਾਰ ਤੇ ਸਾਡੇ ਆ ਜਿਹੜੀਆਂ ਉਮੀਦਾਂ ਸੀ ਉਹਨਾਂ ਅਨੁਸਾਰ ਨਹੀਂ ਚੱਲ ਰਿਹਾ ਤੇ ਅਸੀਂ ਉਹਨੂੰ ਵਾਪਸ ਬੁਲਾ ਸਕੀਏ। ਇਟਸ ਟਾਈਮ ਫॉर ਯੂ ਟੂ ਬਿਕਮ ਦਾ ਗਵਰਨਰ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।